ਸਾਹਿਬ ਜੀ ਦੇ ਪਾਵਨ ਸ਼ਲੋਕ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਪਾਵਨ ਸ਼ਲੋਕਾਂ ਦੇ ਰਾਹੀਂ ਜੋ ਸਾਨੂੰ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਕੌਡੀ ਕੌਡੀ ਜ਼ੋਰ ਕੈ। ਜ਼ੋਰੇ ਲੱਖ ਕਰੋੜ। ਚਲਤੀ ਬਾਰ ਨਾ ਕਸ ਮਿਲਿਓ। ਲਈ ਲੰਗੋਟੀ ਤੋਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਨਾਲ ਸਾਂਝ ਪਾਉਂਦੇ ਆ ਰਹੇ ਹੋ। ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀਆਂ ਨੇ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1372 ਦੇ ਉੱਪਰ ਸਭਾਏਮਾਨ ਹਨ। ਕਬੀਰ ਸਾਹਿਬ ਜੀ ਮਨੁੱਖ ਦੀ ਹਾਲਤ ਵੇਖਦੇ ਨੇ ਕਿ ਇਸ ਮਨੁੱਖ ਨੇ ਸੰਸਾਰ ਨੂੰ ਕਿੰਨਾ ਆਪਣਾ ਬਣਾ ਲਿਆ, ਜੋ ਇੱਕ ਦਿਨ ਪਰਾਇਆ ਹੋ ਜਾਏਗਾ। ਔਰ ਜਿਹਨੂੰ ਇਹ ਪਰਾਇਆ ਸਮਝੀ ਬੈਠਾ ਹੈ, ਉਹਨੇ ਇੱਕ ਦਿਨ ਆਪਣਾ ਪਨ ਦਿਖਾਉਣਾ ਹੈ। ਅੰਮ੍ਰਿਤਮਈ ਬਾਣੀ ਦੇ ਵਿੱਚ ਇਹ ਗੱਲ ਸਾਨੂੰ ਸਮਝਾਈ ਗਈ ਕਿ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਇਸ ਸੰਸਾਰ ਦੇ ਵਿੱਚ ਸਭ ਕੁਝ ਅਸੀਂ ਆਪਣਾ ਸਮਝ ਲਿਆ। ਇਹ ਵੀ ਮੇਰਾ ਹੈ, ਇਹ ਵੀ ਮੇਰਾ ਹੈ, ਆ ਵੀ ਮੇਰਾ ਹੈ। ਪਰ ਜਿਹੜਾ ਸਾਡੀ ਜ਼ਿੰਦਗੀ ਦਾ ਮਾਲਕ ਸੀ, ਜੋ ਸਾਡੀ ਸਿਰਜਣਾ ਕਰਨ ਵਾਲਾ, ਸਾਡੀ ਸੰਭਾਲ ਕਰਨ ਵਾਲਾ, ਸਾਨੂੰ ਪਾਲਣ ਵਾਲਾ ਸੀ, ਉਹਨੂੰ ਅਸੀਂ ਪਰਾਇਆ ਹੀ ਸਮਝਦੇ ਰਹੇ ਕਿ ਉਹ ਸਾਡੇ ਤੋਂ ਪਰੇ ਹੈ। ਔਰ ਇਸ ਸੰਸਾਰ ਨੂੰ ਆਪਣਾ ਸਮਝ ਕੇ ਹਰ ਇੱਕ ਦੇ ਉੱਪਰ ਅਸੀਂ ਆਪਣੀ ਮੈਂ ਦੀ ਮੋਹਰ ਲਾਤੀ। ਔਰ ਇਸ ਮੈਂ ਦੇ ਨਾਲ ਹੰਕਾਰ ਇੰਨਾ ਅੰਦਰ ਵੱਧ ਗਿਆ, ਜਿਹਦੇ ਨਾਲ ਇਨਸਾਨ ਨੇ ਬਾਹਰ ਦਾ ਧਨ ਤੇ ਬਹੁਤ ਜੋੜ ਲਿਆ, ਪਰ ਅੰਦਰ ਖਾਲੀ ਦਾ ਖਾਲੀ ਰਹਿ ਗਿਆ। ਸਾਨੂੰ ਦੋ ਤਰ੍ਹਾਂ ਦਾ ਧਨ ਜਿਹੜਾ ਸੀ ਉਹ ਦਿੱਤਾ ਹੈ, ਕਿਉਂਕਿ ਸਾਡੀ ਜ਼ਿੰਦਗੀ ਦੋ ਤਲ ਤੇ ਹੈ। ਅਸੀਂ ਸਰੀਰਕ ਤਲ ਤੇ ਵੀ ਜਿਉਣਾ ਹੈ, ਅਸੀਂ ਆਤਮਿਕ ਤਲ ਤੇ ਵੀ ਜਿਉਣਾ ਹੈ। ਪਰ ਜਿਹੜਾ ਵਿਚਕਾਰ ਮਨ ਹੈ, ਇਹਨੂੰ ਸਮਝ ਆ ਜਾਏ ਕਿ ਸਰੀਰਕ ਤਲ ਤੇ ਕਿਸ ਤਰ੍ਹਾਂ ਜਿਉਣਾ ਹੈ ਤੇ ਮਾਨਸਿਕ ਆਤਮਿਕ ਤਲ ਤੇ ਕਿਸ ਤਰ੍ਹਾਂ ਜਿਉਣਾ ਹੈ, ਕਿ ਆਤਮਿਕ ਲੋੜਾਂ ਕੀ ਨੇ, ਜ਼ਰੂਰਤਾਂ ਕੀ ਨੇ, ਔਰ ਇਸ ਸਰੀਰ ਦੀ ਜਿਹੜੀ ਲੋੜ ਹੈ, ਇਹਦੀ ਜ਼ਰੂਰਤ ਕੀ ਹੈ, ਇਸ ਮਨ ਨੂੰ ਸਮਝ ਵਿੱਚ ਆਉਣੀ ਚਾਹੀਦੀ ਹੈ। ਪਰ ਜਿਵੇਂ ਜਿਵੇਂ ਸੰਸਾਰ ਦੇ ਰੰਗ ਦੇ ਵਿੱਚ ਮਨੁੱਖ ਰੰਗਦਾ ਗਿਆ,
ਇਹਨੂੰ ਆਤਮਿਕ ਲੋੜ ਜਿਹੜੀ ਸੀ ਉਹ ਭੁੱਲ ਗਈ ਕਿ ਆਤਮਿਕ ਤਲ ਤੇ ਮੈਨੂੰ ਕੀ ਚਾਹੀਦਾ ਹੈ। ਆਤਮਿਕ ਲੋੜਾਂ ਭੁਲਾ ਕੇ ਤੇ ਸਰੀਰ ਦੀਆਂ ਲੋੜਾਂ ਜਿਹੜੀਆਂ ਸੀ ਇਸ ਮਨ ਨੇ ਪੂਰੀਆਂ ਕੀਤੀਆਂ। ਜੋ ਤਨ ਕਰਕੇ ਚਾਹੀਦਾ ਸੀ ਇਸ ਮਨ ਨੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਪਰ ਇਹਨੂੰ ਇੱਕ ਭੁਲੇਖਾ ਪੈ ਗਿਆ ਕਿ ਜੋ ਮੈਂ ਸਰੀਰ ਕਰਕੇ ਇਕੱਠਾ ਕਰ ਰਿਹਾ ਇਹੀ ਸੱਤ ਹੈ, ਇਹੀ ਮੇਰੇ ਨਾਲ ਸਦੀਵੀ ਰਹਿਣਾ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਤੇਰਾ ਬਹੁਤ ਵੱਡਾ ਇੱਕ ਭੁਲੇਖਾ ਹੈ ਕਿ ਤੂੰ ਤਨ ਕਰਕੇ ਜਿੰਨਾ ਮਰਜ਼ੀ ਜੋੜ ਇਕੱਠਾ ਕਰ ਸਾਂਭ ਕੇ ਰੱਖ, ਪਰ ਹਕੀਕਤ ਤਾਂ ਇਹ ਹੈ ਕਿ ਜੋ ਤਨ ਕਰਕੇ ਤੂੰ ਇਕੱਠਾ ਕੀਤਾ ਉਸ ਤਨ ਨੇ ਵੀ ਤੇਰੇ ਨਾਲ ਨਹੀਂ ਰਹਿਣਾ, ਉਹਨੇ ਵੀ ਇੱਕ ਦਿਨ ਸਾਥ ਛੱਡ ਦੇਣਾ ਹੈ। ਇਹ ਤਨ ਵੀ ਜਿਹੜਾ ਇੱਕ ਦਿਨ ਮਿੱਟੀ ਹੋ ਜਾਣਾ। ਇਸੇ ਲਈ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ, ਸਾਹਿਬ ਕਹਿੰਦੇ ਕਾਚਾ ਧਨ ਸੰਚਹਿ ਮੂਰਖ ਗਵਾਰ। ਜਿਹੜਾ ਦੋ ਤਰ੍ਹਾਂ ਦਾ ਧਨ ਹੈ, ਇੱਕ ਕੱਚਾ ਹੈ ਤੇ ਇੱਕ ਸੱਚਾ ਹੈ। ਸਾਹਿਬ ਕਹਿੰਦੇ ਜਿਹੜਾ ਕੱਚਾ ਧਨ ਹੀ ਸਾਰੀ ਉਮਰ ਇਕੱਠਾ ਕਰਨ ਤੇ ਲੱਗਾ ਹੋਇਆ ਹੈ ਉਹ ਮੂਰਖ ਹੈ, ਉਹ ਗਵਾਰ ਹੈ। ਕਿਉਂਕਿ ਜਿਹੜਾ ਇਹ ਮਾਇਆਵੀ ਜ਼ਹਿਰ ਨਾਲ ਭਰਿਆ, ਬਿਖ ਨਾਲ ਭਰਿਆ ਧਨ ਹੈ, ਇਹਦੇ ਨਾਲ ਸੁੱਖ ਨਸੀਬ ਨਹੀਂ ਹੁੰਦਾ। ਇਸ ਲਈ ਸਾਨੂੰ ਨਾਲ ਨਾਲ ਸੱਚਾ ਧਨ ਦਿੱਤਾ ਪਰਮੇਸ਼ਵਰ ਦੇ ਨਾਮ ਦਾ, ਜਿਹੜਾ ਸਾਨੂੰ ਆਤਮਿਕ ਤਲ ਤੇ ਅਧਿਆਤਮਿਕ ਤਲ ਤੇ ਚਾਹੀਦਾ ਹੈ, ਔਰ ਉਹਦੇ ਨਾਲ ਸਾਨੂੰ ਸੁੱਖ ਮਿਲਣਾ ਹੈ। ਔਰ ਉਹ ਧਨ ਇਕੱਠਾ ਕੀਤਾ ਹੋਇਆ ਸਾਡੇ ਔੜਕ ਤੱਕ ਸਾਡੇ ਨਾਲ ਨਿਭਣਾ ਹੈ। ਜਦੋਂ ਇਹ ਦੋ ਚੀਜ਼ਾਂ ਦੀ ਸਮਝ ਆ ਜਾਏਗੀ ਨਾ, ਕੱਚੇ ਧਨ ਤੇ ਸੱਚੇ ਧਨ ਦੀ, ਉਦੋਂ ਫਿਰ ਸਾਨੂੰ ਪੁੱਛਣਾ ਨਹੀਂ ਪਏਗਾ ਵੀ ਬੰਦਗੀ ਕਿਉਂ ਕਰਨੀ ਹੈ, ਸੱਚੇ ਨਾਮ ਦਾ ਅਭਿਆਸ ਕਿਉਂ ਕਰਨਾ ਹੈ, ਅਸੀਂ ਗੁਰਬਾਣੀ ਦਾ ਆਸਰਾ ਕਿਉਂ ਲੈਣਾ। ਫਿਰ ਸਾਨੂੰ ਪੁੱਛਣ ਦੀ ਲੋੜ ਨਹੀਂ, ਜੇ ਦੋ ਗੱਲਾਂ ਸਾਨੂੰ ਸਮਝ ਵਿੱਚ ਆ ਜਾਣ। ਸਭ ਕਹਿੰਦੇ ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਜਿਹੜਾ ਧਨ ਤੂੰ ਇਕੱਠਾ ਕਰਦਾ ਪਿਆ ਇਹ ਨਾ ਤੇਰੇ ਨਾਲ ਜਾਣਾ ਤੇ ਨਾ ਹੀ ਤੈਨੂੰ ਇਹਦੇ ਵਿੱਚੋਂ ਦੀ ਸੁੱਖ ਪ੍ਰਾਪਤ ਹੋਣਾ। ਹੁਣ ਤੁਸੀਂ ਆਖੋਗੇ ਕਿ ਅਸੀਂ ਕੀ ਧਨ ਜਿਹੜਾ ਉਹ ਇਕੱਠਾ ਨਾ ਕਰੀਏ, ਜਾਂ ਅਸੀਂ ਆਪਣੀ ਕਿਰਤ ਨਾ ਕਰੀਏ, ਮਿਹਨਤ ਨਾ ਕਰੀਏ। ਜੇ ਸਾਡੇ ਕੋਲ ਧਨ ਨਹੀਂ ਹੋਏਗਾ ਤਾਂ ਸੰਸਾਰ ਵਿੱਚ ਰਹਿਣਾ ਸਾਡੇ ਲਈ ਔਖਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਤੈਨੂੰ ਇਹ ਨਹੀਂ ਆਖਿਆ ਵੀ ਤੂੰ ਧਨ ਇਕੱਠਾ ਨਾ ਕਰ, ਪਰ ਆਪਣੇ ਗੁਜ਼ਾਰੇ ਦੇ ਵਾਸਤੇ। ਇਹ ਗੁਜਰਾਨ ਹੈ। ਇੰਨਾ ਕੁ ਇਹਨੂੰ ਇਕੱਠਾ ਕਰ ਜਿਹਦੇ ਨਾਲ ਤੇਰਾ ਗੁਜ਼ਾਰਾ ਵਧੀਆ ਹੁੰਦਾ ਰਹੇ। ਜੋ ਤੇਰੇ ਤਨ ਨੂੰ ਰੋਟੀ ਕੱਪੜਾ ਮਕਾਨ ਚਾਹੀਦਾ ਹੈ, ਉਹ ਤੇਰਾ ਗੁਜ਼ਾਰਾ ਜਿਹੜਾ ਹੈ ਉਹਦੇ ਨਾਲ ਚੱਲਦਾ ਰਵੇ। ਪਰ ਕਹਿਣ ਲੱਗੇ ਇੰਨਾ ਵੀ ਉਹਦੇ ਨਾਲ ਮੋਹ ਪਾ ਕੇ ਇਕੱਠਾ ਨਾ ਕਰ ਕਿ ਤੇਰੇ ਸਾਹਮਣੇ ਕੋਈ ਲੋੜਵੰਦ ਤੜਪਦਾ ਹੋਵੇ ਤੇ ਤੂੰ ਉਹਦੀ ਲੋੜ ਵੀ ਪੂਰੀ ਨਾ ਕਰ ਸਕੇ। ਇਹੀ ਕਾਰਨ ਹੈ ਸਤਿਗੁਰੂ ਜੀ ਨੇ ਸਾਨੂੰ ਦਸਵੰਧ ਦੇ ਨਾਲ ਜੋੜਿਆ ਕਿ ਜ਼ਰੂਰਤ ਪੈਣ ਤੇ, ਲੋੜ ਪੈਣ ਤੇ ਇਹੀ ਤੇਰਾ ਦਸਵੰਧ ਪਤਾ ਨਹੀਂ ਕਿੰਨਿਆਂ ਦੇ ਕੰਮ ਆ ਜਾਣਾ। ਜੋ ਤੂੰ ਤਿੰਨ ਗੱਲਾਂ ਗੁਰੂ ਨਾਨਕ ਜੀ ਨੇ ਸਮਝਾਈਆਂ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਦੋ ਧਨ ਤੂੰ ਇਕੱਠੇ ਜੇ ਕਰਨੇ ਆ ਤਾਂ ਉਹਨੂੰ ਤੀਜਾ ਵੰਡ ਕੇ ਵੀ ਛਕ। ਜੇ ਤੂੰ ਉਹਨੂੰ ਵੰਡ ਕੇ ਛਕੇਂਗਾ ਤੇ ਤੇਰੇ ਇਸ ਧਨ ਵਿੱਚ ਬਰਕਤ ਆਏਗੀ। ਪਰ ਇੱਕ ਗੱਲ ਧਿਆਨ 'ਚ ਰੱਖਣਾ ਕਿ ਉਹ ਧਨ ਇਮਾਨਦਾਰੀ ਵਾਲਾ ਹੋਣਾ ਚਾਹੀਦਾ ਹੈ, ਉਹ ਪਰਾਏ ਹੱਕ ਵਾਲਾ ਨਹੀਂ ਹੋਣਾ ਚਾਹੀਦਾ। ਸਾਹਿਬ ਜੀ ਕਹਿੰਦੇ ਤੂੰ ਨਾਮ ਜਪ ਕਿਰਤ ਕਰ, ਪਰ ਉਹਦੇ ਵਿੱਚ ਇਮਾਨਦਾਰੀ ਹੋਵੇ। ਜਦੋਂ ਤੂੰ ਇਮਾਨਦਾਰੀ ਵਾਲਾ ਧਨ ਦਸਵੰਧ ਦੇ ਰੂਪ ਵਿੱਚ
ਆਪ ਵੀ ਵਰਤੇ, ਦੂਜਿਆਂ ਨੂੰ ਵੀ ਜਦੋਂ ਤੂੰ ਵਰਤਾਏਂਗਾ ਫਿਰ ਖਾਵੈ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵੱਧ ਦੋ ਜਾਈ। ਉਹ ਧਨ ਇਕੱਠਾ ਕਰਨ ਦਾ ਕੀ ਲਾਭ ਜਿਹੜਾ ਆਪਣੇ ਵੀ ਕੰਮ ਨਾ ਆਇਆ ਤੇ ਕਿਸੇ ਦੇ ਵੀ ਨਾ ਆਇਆ, ਜਿਹੜਾ ਕਿਸੇ ਦਾ ਵੀ ਜਿਹੜਾ ਉਹ ਸਹਾਇਤਾ ਨਾ ਕਰ ਸਕਿਆ। ਇਸ ਲਈ ਕਹਿੰਦੇ ਨੇ ਕਿ ਤੂੰ ਇਹਦੇ ਨਾਲ ਇੰਨਾ ਵੀ ਮੋਹ ਨਾ ਪਾ ਕੇ ਬੈਠ ਕਿ ਇਹ ਤੇਰੇ ਅਖੀਰ ਕੰਮ ਹੀ ਨਾ ਆਵੇ। ਤੇ ਇੱਥੇ ਸਾਹਿਬ ਜੀ ਕਹਿੰਦੇ ਆ ਵੀ ਕੱਚਾ ਧਨ ਮੂਰਖ ਜਿਹੜੇ ਨੇ, ਗਵਾਰ ਨੇ, ਉਹ ਇਕੱਠਾ ਤਾਂ ਕਰ ਰਹੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਧਨ ਦੇ ਨਾਲ ਦੁੱਖ। ਹੁਣ ਇਕੱਠਾ ਕਿਵੇਂ ਕਰ ਰਹੇ ਨੇ? ਇਮਾਨਦਾਰੀ ਨੂੰ ਛੱਡ ਕੇ, ਦੁਨੀਆ ਦੇ ਵਿੱਚ ਠੱਗੀਆਂ, ਹੇਰਾ ਫੇਰੀਆਂ, ਇਹ ਚੀਜ਼ਾਂ ਜਿਹੜੀਆਂ ਨੇ ਵਰਤ ਕੇ। ਇਹ ਇਸੇ ਲਈ ਸਾਹਿਬ ਕਹਿੰਦੇ ਵਿਖਿਆ ਕਹਿ ਧਨ ਸਦਾ ਦੁੱਖ ਹੋਏ। ਜਿਹੜਾ ਤੂੰ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਧਨ ਇਕੱਠਾ ਕਰਦਾ ਪਿਆ, ਇਹਦੇ ਨਾਲ ਤੈਨੂੰ ਦੁੱਖ ਤੋਂ ਸਿਵਾ ਹੋਰ ਕੁਝ ਨਹੀਂ ਮਿਲਣਾ। ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਨੇ ਗੁਰੂ ਕੇ ਪਿਆਰੇ, ਗੁਰੂ ਕੇ ਪਿਆਰੀਆਂ ਸੰਗਤਾਂ, ਤੇ ਕਈ ਜਿਹੜੇ ਨੇ ਉਹ ਸੁਣਦੇ ਵੀ ਨੇ। ਮਹਾਰਾਜ ਜੀ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ, ਸਾਥ ਨ ਚਾਲੈ ਬਿਨ ਭਜਨ। ਸਰੀਰ ਤੇਰਾ ਇੱਥੇ ਰਹਿ ਜਾਣਾ, ਸਰੀਰ ਮਿੱਟੀ ਹੋ ਜਾਣਾ, ਸਰੀਰ ਨਾਲ ਜੁੜੀਆਂ ਹੋਈਆਂ ਵਸਤੂਆਂ, ਧਨ ਪਦਾਰਥ ਸਭ ਕੁਝ ਇੱਥੇ ਧਰਿਆ ਧਰਾਇਆ ਰਹਿ ਜਾਣਾ। ਜੋ ਤੇਰਾ ਅਧਿਆਤਮਕ ਜੀਵਨ ਹੈ ਨਾ, ਆਤਮਿਕ ਜੀਵਨ, ਉਹਦੇ ਨਾਲ ਪਰਮੇਸ਼ਵਰ ਦੇ ਨਾਮ ਭਜਨ ਬੰਦਗੀ ਤੋਂ ਬਿਨਾ, ਸੱਚੇ ਧਨ ਤੋਂ ਬਿਨਾ ਤੇਰੇ ਨਾਲ ਕੁਝ ਵੀ ਨਹੀਂ ਜਾਣਾ। ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਮਹਾਰਾਜ ਕਹਿੰਦੇ ਆਹ ਜਿਹੜਾ ਸ੍ਰੇਸ਼ਟ ਉੱਤਮ ਧਨ ਤੈਨੂੰ ਦਿੱਤਾ ਹੈ ਨਾ, ਗੁਰੂ ਦੀ ਮੱਤ ਰਾਹੀਂ ਜਿਹੜਾ ਤੈਨੂੰ ਗੁਰਬਾਣੀ ਵਿੱਚੋਂ ਮਿਲਣਾ, ਆਹ ਧਨ ਜਿੰਨਾ ਇਕੱਠਾ ਕਰ ਸਕਦਾ ਇਹਨੂੰ ਇਕੱਠਾ ਕਰ। ਇਸ ਧਨ ਦੀ ਕਮਾਈ ਜਿਹੜੀ ਆ ਉਹ ਤੂੰ ਕਰ, ਕਿਉਂਕਿ ਸੱਚਾ ਧਨ ਤੁਹਾਨੂੰ ਕਿਸੇ ਵੀ ਪ੍ਰਕਾਰ ਤੋਂ ਨਹੀਂ ਮਿਲਣਾ, ਉਹ ਮਿਲਣਾ ਗੁਰੂ ਦੀ ਮੱਤ ਨਾਲ। ਸਾਚਾ ਧਨ ਗੁਰਮਤੀ ਪਾਏ। ਜਿੱਥੇ ਗੁਰਮਤ ਨਹੀਂ ਹੋਏਗੀ ਉੱਥੇ ਸੱਚਾ ਧਨ ਵੀ ਨਹੀਂ ਹੋਏਗਾ। ਜੇ ਕਹੀਏ ਆਪਾਂ ਮਨਮਤ ਨਾਲ ਸੱਚਾ ਧਨ ਇਕੱਠਾ ਕਰ ਲਈਏ, ਮਨਮਤ ਦੇ ਨਾਲ ਸੱਚਾ ਧਨ ਇਕੱਠਾ ਨਹੀਂ ਹੋ ਸਕਦਾ। ਉਹਦੇ ਲਈ ਸਾਨੂੰ ਗੁਰਮਤ ਚਾਹੀਦੀ ਹੈ, ਗੁਰੂ ਦੀ ਮੱਤ ਚਾਹੀਦੀ ਹੈ। ਅਨੰਤ ਰੂਪ ਵਿੱਚ ਗੁਰਬਾਣੀ ਦੇ ਰਾਹੀਂ ਸਾਨੂੰ ਇਹ ਗੱਲਾਂ ਸਮਝਾਈਆਂ ਗਈਆਂ। ਕਹਿਣ ਲੱਗੇ ਸਾਥ ਨ ਚਾਲੈ ਬਿਨ ਭਜਨ। ਤੇਰੇ ਨਾਲ ਉਸ ਪਰਮੇਸ਼ਵਰ ਦੇ ਨਾਮ ਦੀ ਕਮਾਈ ਤੋਂ ਬਿਨਾ ਤੇਰੇ ਅਧਿਆਤਮਕ ਜੀਵਨ ਦੇ ਵਿੱਚ ਤੇਰੇ ਨਾਲ ਕੁਝ ਵੀ ਨਹੀਂ ਚੱਲਣਾ। ਕਬੀਰ ਸਾਹਿਬ ਜੀ ਦੇਖ ਰਹੇ ਨੇ ਕਿ ਜਿਹੜੇ ਆਪਣੇ ਆਪ ਨੂੰ ਕੁਝ ਫਕੀਰ, ਕੁਝ ਸਾਧੂ ਅਖਾਉਣ ਵਾਲੇ, ਉਹਨਾਂ ਨੂੰ ਜਦੋਂ ਕੋਈ ਦਮੜੇ ਮਿਲਦੇ ਨੇ, ਉਹ ਕੀ ਕਰਦੇ ਨੇ, ਉਹਨੂੰ ਇੱਕ ਥੈਲੀ ਦੇ ਵਿੱਚ ਰੱਖੀ ਜਾਂਦੇ ਨੇ, ਸਾਂਭ ਕੇ ਵੀ ਕਿਤੇ ਸਾਡੇ ਕੰਮ ਆਏਗਾ। ਪਰ ਜਿੱਦਣ ਸਰੀਰ ਛੱਡਦੇ ਨੇ ਉਦਣ ਉਹ ਇੱਕ ਦਮੜਾ ਵੀ ਕੰਮ ਨਹੀਂ ਆਉਂਦਾ। ਇਸ ਲਈ ਕਬੀਰ ਜੀ ਨੇ ਗੱਲ ਸਾਨੂੰ ਸਾਰਿਆਂ ਨੂੰ ਸਮਝਾਉਣ ਦਾ ਯਤਨ ਕੀਤਾ। ਕਬੀਰ ਜੀ ਕਹਿੰਦੇ ਕਬੀਰ ਕੌਡੀ ਕੌਡੀ ਜੋਰ ਕੈ। ਇੱਕ ਇੱਕ ਕੌਡੀ ਨੂੰ ਤੂੰ ਜੋੜ ਜੋੜ ਕੇ ਕਿਸੇ ਦਾ ਭਲਾ ਨਹੀਂ ਕੀਤਾ, ਕਿਸੇ ਲੋੜਵੰਦ ਦੀ ਲੋੜ ਨੂੰ ਪੂਰਾ ਨਹੀਂ ਕੀਤਾ। ਸਾਹਮਣੇ ਵਾਲਾ ਭਾਵੇਂ ਭੁੱਖਾ ਤੜਪਦਾ ਤੜਪੀ ਜਾਏ ਪਰ ਤੂੰ ਇੱਕ ਕੌਡੀ ਵੀ ਖਰਚਣ ਨੂੰ ਤਿਆਰ ਨਹੀਂ। ਸਾਹਮਣੇ ਵਾਲਾ ਜਿਹੜਾ ਉਹ ਦਵਾ ਦਾਰੂ ਤੋਂ ਤੜਪਦਾ ਹੋਵੇ, ਕਿਸੇ ਵੀ ਪ੍ਰਕਾਰ ਦੀ ਕੋਈ ਲੋੜ ਦੇ ਵਿੱਚ ਕੋਈ ਦੁਖੀ ਹੋਵੇ, ਦੁਖਿਆਰਾ ਹੋਵੇ, ਪਰ ਤੇਰੇ ਅੰਦਰ ਜੇ ਤਰਸ ਨਹੀਂ, ਦਇਆ ਨਹੀਂ, ਤੂੰ ਤਾਂ ਇੱਕ ਇੱਕ ਕੌਡੀ ਨੂੰ ਜੋੜ ਜੋੜ ਕੇ ਲੱਖਾਂ ਤੇ ਕਰੋੜਾਂ ਜਿਹੜਾ ਸੀ ਇਕੱਠਾ ਕਰ ਲਿਆ। ਪਰ ਕਹਿਣ ਲੱਗੇ ਧਿਆਨ ਰੱਖੀ, ਜਿੱਦਣ ਆ ਸਰੀਰਕ ਚੋਲਾ ਤਿਆਗਣਾ, ਇਹ ਇੱਕ ਇੱਕ ਜੋੜੀ ਹੋਈ ਕੌਡੀ ਤੇਰੇ ਕਿਸੇ ਕੰਮ ਨਹੀਂ ਆਉਣੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹੀ ਗੱਲ ਦੁਨੀ ਚੰਦ ਨੂੰ ਸਮਝਾਈ ਸੀ।
ਜਿਹੜਾ ਜਿੰਨਾ ਧਨ ਵੱਧਦਾ ਸੀ ਉਹਨੇ ਘਰ ਦੇ ਉੱਤੇ ਨਿਸ਼ਾਨ ਵੀ ਵੱਧਦੇ ਨੇ। ਆਪਣੇ ਆਪ ਤੇ ਮਾਣ ਕਰਦਾ ਸੀ ਕਿ ਮੈਂ ਇੰਨੇ ਦੌਲਤ ਇੰਨੇ ਧਨ ਦਾ ਮਾਲਕ ਆ। ਸਾਹਿਬ ਜੀ ਕਹਿੰਦੇ ਇੰਨੀ ਦੌਲਤ ਇਕੱਠੀ ਕਰਕੇ ਨਾਲ ਲੈ ਜਾਏਗਾ। ਚੱਲ ਤੂੰ ਇਦਾਂ ਕਰ, ਸਾਡੀ ਇੱਕ ਛੋਟੀ ਜਿਹੀ ਸੂਈ ਜਿਹੜੀ ਆ ਇਹ ਪਕੜ, ਅਸੀਂ ਤੇਰੇ ਕੋਲੋਂ ਅੱਗੇ ਲੈ ਲਵਾਂਗੇ। ਹੁਣ ਬੜੇ ਚਾਹ ਨਾਲ ਉਹ ਸੂਈ ਤਾਂ ਪਕੜ ਲਈ। ਇਹ ਨੁਕਤਾ ਸੀ ਸਮਝਾਉਣ ਲਈ, ਪਰ ਘਰ ਜਾ ਕੇ ਸਮਝ ਆਈ ਕਿ ਜਿਸ ਹੱਥ ਤੇ ਸੂਈ ਰੱਖ ਕੇ ਲੈ ਕੇ ਆਇਆ ਉਹ ਹੱਥ ਵੀ ਇੱਥੇ ਹੀ ਸੜ ਕੇ ਸੁਆਹ ਹੋ ਜਾਣੇ ਨੇ। ਉਹ ਇਹ ਸਰੀਰ ਵੀ ਜਿਹੜਾ ਇਹ ਲੱਕੜਾਂ ਦੇ ਵਾਂਗ ਇਹ ਸਰੀਰ ਨੇ ਜਲ ਬਲ ਜਾਣਾ ਤੇ ਸੂਈ ਅੱਗੇ ਕਿੱਥੇ ਜਾਣੀ ਹੈ। ਇਹ ਨੁਕਤਾ ਸੀ ਸਮਝਾਉਣ ਦਾ ਗੁਰੂ ਨਾਨਕ ਸਾਹਿਬ ਦਾ। ਆਇਆ ਆ ਕੇ ਕਹਿੰਦਾ ਮਹਾਰਾਜ ਜੀ ਆ ਲਓ ਆਪਣੀ ਸੂਈ, ਇਹ ਨਾਲ ਨਹੀਂ ਜਾ ਸਕਦੀ। ਮਹਾਰਾਜ ਕਹਿੰਦੇ ਜੇ ਇੰਨੀ ਨਿੱਕੀ ਜਿਹੀ ਸੂਈ ਨਹੀਂ ਨਾਲ ਜਾ ਸਕਦੀ, ਇੰਨਾ ਕੁਝ ਜੋੜੀ ਬੈਠਾ ਉਹ ਕਿੱਥੇ ਨਾਲ ਲੈ ਜਾਏਗਾ। ਉਹ ਤੇਰੇ ਨਾਲ ਕਿਸ ਤਰ੍ਹਾਂ ਚਲਾ ਜਾਏ, ਤੇਰਾ ਤੇ ਤਨ ਵੀ ਤੇਰੇ ਨਾਲ ਨਹੀਂ ਜਾਣਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਸੀ ਉਹ ਸੌਦਾ ਇਕੱਠਾ ਕਰ, ਉਹਦਾ ਵਣਜਾਰਾ ਬਣ, ਜਿਹੜਾ ਸੌਦਾ ਇਕੱਠਾ ਕੀਤਾ ਤੇਰੇ ਨਾਲ ਔੜਕ ਤੱਕ ਨੇ ਬਜਾਏ। ਸਿਰਫ ਸਾਰੀ ਉਮਰ ਬਾਹਰ ਦਾ ਧਨ ਜਿਹੜਾ ਇਹਨੂੰ ਇਕੱਠਾ ਕਰਨ ਲਈ ਹੇਰਾ ਫੇਰੀਆਂ, ਚੋਰੀਆਂ, ਠੱਗੀਆਂ, ਲੁੱਟਾਂ ਖੋਹਾਂ, ਇਹੀ ਸਾਰੀ ਉਮਰ ਨਾ ਕਰਦਾ ਰਹਿ ਜਾਈਂ। ਇਹ ਤੇਰੇ ਕੰਮ ਨਹੀਂ ਆਉਣਾ। ਇਸ ਲਈ ਅੰਦਰੋਂ ਵੀ ਇਮਾਨਦਾਰ ਹੋ ਤੇ ਬਾਹਰੋਂ ਵੀ ਇਮਾਨਦਾਰ ਹੋ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਸੌਦਾ ਤੇਰੇ ਨਾਲ ਨਿਭਣਾ ਤੂੰ ਉਹ ਸੌਦਾ ਇਕੱਠਾ ਕਰ। ਵਣਜ ਕਰੋ ਵਣਜਾਰੇ ਹੋ, ਵਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਕਹਿੰਦੇ ਉਹ ਸੌਦਾ ਇਕੱਠਾ ਕਰ ਜਿਹੜਾ ਤੇਰੇ ਨਾਲ ਨਿਭ ਜਾਏ। ਅੱਜ ਸੰਸਾਰ ਦੇ ਵਿੱਚ ਦੇਖੋ, ਜਦੋਂ ਕੁਦਰਤੀ ਆਫਤ ਕੋਈ ਆਉਂਦੀ ਹੈ ਤੇ ਜਾਂ ਕੋਈ ਕੁਦਰਤੀ ਮਾਰ ਪੈਂਦੀ ਹੈ ਤੇ ਕਈ ਐਸੇ ਕਾਰਨ ਬਣ ਜਾਂਦੇ ਨੇ ਕਿ ਜਿੱਥੇ ਇੱਕ ਭੁੱਖਮਰੀ ਜਿਹੀ ਫੈਲ ਜਾਂਦੀ ਹੈ, ਲੋਕ ਤੜਪਦੇ ਨੇ, ਕੁਰਲਾਉਂਦੇ ਨੇ, ਅੰਨ ਦੇ ਮੁਹਤਾਜ ਹੋ ਜਾਂਦੇ ਨੇ, ਦਾਰੂ ਦੇ ਦਵਾਈ ਦੇ ਮੁਹਤਾਜ ਹੋ ਜਾਂਦੇ ਨੇ। ਕੋਈ ਬਿਮਾਰੀ ਕਰਕੇ ਤੜਪ ਰਿਹਾ, ਕੋਈ ਭੁੱਖ ਕਰਕੇ ਤੜਪ ਰਿਹਾ। ਫਿਰ ਉਦੋਂ ਇਹ ਸਮਾਂ ਹੁੰਦਾ ਹੈ ਕਿ ਜਿਹੜਾ ਅਸੀਂ ਧਨ ਇਕੱਠਾ ਕਰਕੇ ਰੱਖਿਆ, ਅੱਜ ਸਮਾਂ ਹੁੰਦਾ ਵੀ ਉਹਨੂੰ ਅਸੀਂ ਵਰਤੀਏ। ਉਹਦੇ ਨਾਲ ਕਿਸੇ ਦੇ ਮੁਖ ਵਿੱਚ ਅੰਨ ਜਿਹੜਾ ਅੰਨ ਦਾ ਦਾਣਾ ਪੈ ਜਾਏ, ਉਹਦੇ ਨਾਲ ਕਿਸੇ ਦੀ ਦਵਾਈ ਦਾ ਪ੍ਰਬੰਧ ਜਿਹੜਾ ਹੋ ਜਾਏ, ਉਹਦਾ ਇਲਾਜ ਹੋ ਜਾਏ। ਤੇ ਉਹ ਜਦੋਂ ਮੁਖ ਕਿਸੇ ਭੁੱਖੇ ਦੇ ਮੁਖ ਵਿੱਚ ਅੰਨ ਦਾ ਦਾਣਾ ਜਾਏ, ਉਹਦੇ ਅੰਦਰੋਂ ਕਿੰਨੀ ਅਸੀਸ ਨਿਕਲੇਗੀ। ਜਦੋਂ ਕਿਸੇ ਬਿਮਾਰ ਦੇ ਮੁਖ ਵਿੱਚ ਦਵਾਈ ਜਾਏਗੀ, ਉਹ ਅੰਦਰੋਂ ਕਿੰਨੀਆਂ ਅਸੀਸਾਂ ਦੇਗਾ। ਪਰ ਇਹ ਧਨ ਸਾਡਾ ਜਿਹੜਾ ਉਹ ਜੋੜਿਆ ਵੀ ਕਿਸ ਕੰਮ, ਜੇ ਕਿਸੇ ਦੀ ਦਵਾਈ ਨਾ ਬਣ ਸਕਿਆ, ਕਿਸੇ ਦਾ ਅੰਨ ਦਾ ਦਾਣਾ ਨਾ ਬਣ ਸਕਿਆ। ਔਰ ਇਹੀ ਕਾਰਨ ਹੈ ਕਿ ਸਮੇਂ-ਸਮੇਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਦੋ ਚੀਜ਼ਾਂ ਹਮੇਸ਼ਾ ਵਰਤਦੀਆਂ। ਗੁਰਬਾਣੀ ਦਾ ਲੰਗਰ ਤਾਂ ਵਰਤਦਾ ਹੀ ਵਰਤਦਾ ਹੈ। ਗੁਰਬਾਣੀ ਦਾ ਲੰਗਰ ਤੇ ਜਿਹੜਾ ਹੈ ਉਹ ਚੱਲਦਾ ਹੀ ਚੱਲਦਾ ਹੈ, ਚੱਲਦਾ ਹੀ ਰਹਿਣਾ ਹੈ ਹਰ ਇੱਕ ਵਾਸਤੇ। ਤੇ ਜਦੋਂ ਕੋਈ ਬਾਹਰੂਨੀ ਤਲ ਤੇ ਵੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਦੋਂ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਖਜ਼ਾਨੇ ਖੁੱਲ੍ਹਦੇ ਨੇ। ਕਾਹਦੇ ਵਾਸਤੇ? ਕਿਸੇ ਦੀ ਭੁੱਖ ਨੂੰ ਮਿਟਾਉਣ ਵਾਸਤੇ ਤੇ ਕਿਸੇ ਦੇ ਰੋਗ ਦੇ ਵਿੱਚ ਦਵਾਈ ਦਾ ਪ੍ਰਬੰਧ ਕਰਨ ਲਈ। ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਦਾ ਇਤਿਹਾਸ ਪੜ੍ਹ ਕੇ ਵੇਖੋ। ਸਮੇਂ-ਸਮੇਂ ਦੇ ਨਾਲ ਜਿਹੜਾ ਉਹ ਲੰਗਰ ਵੀ ਵਰਤਾਇਆ ਗਿਆ ਤੇ ਸਮੇਂ-ਸਮੇਂ ਨਾਲ ਦਵਾਖਾਨਾ ਖੋਲ੍ਹ ਕੇ ਦਵਾਈ ਜਿਹੜੀ ਹੈ ਉਹ ਵੀ ਵਰਤਾਈ ਗਈ। ਭਾਵ ਕਿ ਅੰਦਰ ਦਾ ਖਜ਼ਾਨਾ ਵੀ ਇਸ ਘਰ ਤੋਂ ਮਿਲਦਾ ਹੈ ਤੇ ਬਾਹਰ ਦੀਆਂ ਬਖਸ਼ਿਸ਼ਾਂ ਵੀ ਇਸ ਘਰ ਤੋਂ ਮਿਲਦੀਆਂ ਨੇ। ਔਰ ਅਸੀਂ ਵੇਖ ਹੀ ਰਹੇ ਹਾਂ, ਜਿੱਥੇ ਵੱਖ-ਵੱਖ ਮੁਲਕਾਂ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਰੂਪ ਦੇ ਵਿੱਚ ਲੋਕ
ਆਪਣੇ ਧਨ ਨੂੰ ਖਰਚਦੇ ਪਏ ਆ। ਔਰ ਜਿਸ ਅਸਥਾਨ ਤੇ ਆਪਾਂ ਰੋਜ਼ ਨਿਤ ਆ ਕੇ ਜੁੜਦੇ ਆ ਜਾਂ ਘਰਾਂ ਵਿੱਚ ਬੈਠੇ ਵੀ ਤੁਸੀਂ ਜੁੜਦੇ ਪਏ ਹੋ, ਤੇ ਨਿਤ ਜਿਹੜਾ ਆਪਾਂ ਵੇਖਦੇ ਆ ਕਿ 4 ਬੰਦੇ ਨੂੰ ਵੀ ਜੇ 4 ਦਿਨ ਖਵਾਉਣਾ ਕਿੰਨਾ ਔਖਾ ਹੁੰਦਾ ਹੈ, ਪਰ ਜਿੱਥੇ 20-20 ਹਜ਼ਾਰ ਦਾ ਜਿਹੜਾ ਲੰਗਰ ਨਿਤ ਤਿਆਰ ਹੋ ਕੇ ਪਤਾ ਨਹੀਂ ਕਿੰਨਿਆਂ ਦੇ ਮੁਖ ਦੇ ਵਿੱਚ ਪੈ ਰਿਹਾ ਹੈ। ਪਰ ਰਾਤ ਵੀ ਇੱਕ ਜ਼ਿਕਰ ਕੀਤਾ ਸੀ, ਆਪ ਜੀ ਨੇ ਸ਼ਾਇਦ ਸੁਣਿਆ ਹੋਵੇ, ਕਿ ਜਿਨ੍ਹਾਂ ਨੂੰ ਇੱਕ ਵੀ ਦਾਣਾ ਖਾਣ ਦਾ ਨਸੀਬ ਨਹੀਂ ਹੁੰਦਾ, ਉਹਨਾਂ ਨੂੰ ਪੁੱਛ ਕੇ ਵੇਖੋ, ਤਰਸਦੇ ਨੇ ਉਹ ਤਰਸਦੇ ਨੇ ਵੀ ਸਾਨੂੰ ਇੱਕ ਵੀ ਪ੍ਰਸ਼ਾਦਾ ਜਿਹੜਾ ਉਹ ਛਕਣ ਨੂੰ ਮਿਲ ਜਾਏ, ਤੇ ਜਿਨ੍ਹਾਂ ਨੂੰ ਮਿਲਦਾ ਹੈ ਉਹ ਉਹਦੀ ਕਦਰ ਨਹੀਂ ਕਰਦੇ, ਜਿਨ੍ਹਾਂ ਨੂੰ ਮਿਲਦਾ ਹੈ ਉਹ ਉਹਦੀ ਬੇਕਦਰੀ ਕਰਦੇ ਨੇ। ਔਰ ਦੂਜੀ ਗੱਲ, ਜਿਹੜਾ ਗੁਰੂ ਕਾ ਲੰਗਰ, ਉਹਨੂੰ ਅਸੀਂ ਗੁਰੂ ਕਾ ਲੰਗਰ ਹੀ ਰਹਿਣ ਦਈਏ। ਜਦੋਂ ਅਸੀਂ ਲੰਗਰ ਸ਼ਬਦ ਆਪਣੇ ਮੁਖ ਤੋਂ ਵਰਤਦੇ ਹਾਂ ਤੇ ਇਹਦਾ ਮਤਲਬ ਇਹ ਗੁਰੂ ਕਾ ਲੰਗਰ ਹੈ, ਤੇ ਸਾਨੂੰ ਕੋਈ ਹੱਕ ਨਹੀਂ ਇਹਦੀ ਬੇਕਦਰੀ ਕਰਨੀ, ਇਹਦੀ ਬੇਅਦਬੀ ਕਰਨੀ। ਆਮ ਤੌਰ ਤੇ ਤਾਂ ਗੁਰੂ ਘਰ ਵਿੱਚ ਵੀ ਕਿਹਾ ਜਾਂਦਾ ਹੈ ਕਿ ਜਿੰਨਾ ਤੁਸੀਂ ਛਕਣਾ ਉਨਾ ਹੀ ਥਾਲੀ ਵਿੱਚ ਪਵਾਓ, ਜੇ ਝੂਠਾ ਛੱਡੋਗੇ ਤੇ ਲੰਗਰ ਦੀ ਬੇਅਦਬੀ ਹੋਏਗੀ। ਅੱਜ ਜਿਹੜੇ ਦੌਰ ਸਮੇਂ ਵਿੱਚੋਂ ਆਪਾਂ ਲੰਘਦੇ ਪਏ ਹਾਂ, ਘਰ ਘਰ ਤੱਕ ਗੁਰੂ ਕਾ ਲੰਗਰ ਪਹੁੰਚ ਰਿਹਾ, ਪਹੁੰਚਾਇਆ ਜਾ ਰਿਹਾ, ਪਰ ਜੇ ਅੱਗੋਂ ਉਹ ਬੇਕਦਰੀ ਕਰਨ, ਜੇ ਅੱਗੋਂ ਉਹਦੀ ਉਹ ਕਦਰ ਨਾ ਕਰਨ, ਤੇ ਫਿਰ ਬੜਾ ਦੁੱਖ ਮਹਿਸੂਸ ਹੁੰਦਾ ਹੈ ਵੀ ਇੰਨੇ ਪਿਆਰ ਭਾਵਨਾ ਦੇ ਨਾਲ ਇਹਨੂੰ ਘਰ ਘਰ ਪਹੁੰਚਾਉਣ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ, ਪਰ ਅੱਗੋਂ ਫਿਰ ਉਹਦੀ ਕਦਰ, ਕਿਉਂਕਿ ਮਿਲਦਾ ਹੈ। ਅਗਰ ਨਾ ਮਿਲੇ ਫਿਰ ਪਤਾ ਲੱਗਦਾ ਵੀ ਇੱਕ ਇੱਕ ਦਾਣੇ ਦੀ ਕਿੰਨੀ ਕੀਮਤ ਹੈ। ਖੈਰ, ਜਿਹੜੀ ਗੱਲ ਕਰ ਰਹੇ ਸੀ, ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਭਾਵੇਂ ਤੂੰ ਨਾਮ ਦਾ ਧਨ ਇਕੱਠਾ ਕਰ ਤੇ ਭਾਵੇਂ ਕਿਰਤ ਕਰਕੇ ਬਾਹਰ ਦਾ ਧਨ ਇਕੱਠਾ ਕਰ, ਪਰ ਚੇਤੇ ਰੱਖੀ ਤੈਨੂੰ ਵੰਡ ਕੇ ਛਕਣ ਦੀ ਜਾਚ ਵੀ ਹੋਵੇ। ਤੂੰ ਉਹਨੂੰ ਵੰਡ ਕੇ ਛਕਣਾ ਹੈ। ਜਦੋਂ ਤੂੰ ਉਹਨੂੰ ਵੰਡ ਕੇ ਛਕੇਗਾ ਫਿਰ ਤੋਟ ਨਹੀਂ ਆਏਗੀ। ਖਾਵੇ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਪਰ ਸੱਚ ਜੋ ਕਬੀਰ ਜੀ ਸਾਡੇ ਸਾਹਮਣੇ ਰੱਖ ਰਹੇ ਨੇ, ਕਬੀਰ ਜੀ ਕਹਿੰਦੇ ਆ ਕਿ ਬੰਦਿਆ ਤੇਰੀ ਹਾਲਤ ਸਿਰਫ ਬਾਹਰ ਦੀ ਹੈ, ਅੰਦਰ ਦਾ ਤਾਂ ਤੈਨੂੰ ਗਿਆਨ ਹੀ ਨਹੀਂ, ਤੈਨੂੰ ਅਧਿਆਤਮਕ ਤਲ ਦੀ ਤਾਂ ਸੋਝੀ ਨਹੀਂ ਹੈ। ਤੂੰ ਤੇ ਸਿਰਫ ਦਿਨ ਰਾਤ ਬਾਹਰ ਦਾ ਧਨ ਹੀ ਜਿਹੜਾ ਉਹ ਇਕੱਠਾ ਕਰਨ ਦੇ ਵਿੱਚ ਲੱਗਾ। ਦੇਖੋ, ਇੱਕ ਸਮਾਂ ਸੀ, ਆਪਾਂ ਉਸ ਸਮੇਂ ਨੂੰ ਵੀ ਯਾਦ ਰੱਖੀਏ ਜਿਹੜੇ ਸਮੇਂ ਦੇ ਵਿੱਚ ਸਾਨੂੰ ਰੱਬ ਭੁੱਲਿਆ ਬੈਠਾ ਸੀ, ਜਿਹੜੇ ਸਮੇਂ ਦੇ ਵਿੱਚ ਸਾਨੂੰ ਬਸ ਦਿਨ ਰਾਤ ਭੱਜ ਦੌੜ ਦਾ ਸੀ ਲੱਗਾ ਹੋਇਆ, ਕਿ ਦਿਨੇ ਵੀ ਭੱਜ ਦੌੜ ਕਰਨੀ, ਰਾਤ ਵੀ ਭੱਜ ਦੌੜ ਕਰਨੀ, ਰੋਟੀ ਖਾਣ ਦਾ ਵੀ ਸਾਨੂੰ ਟਾਈਮ ਨਹੀਂ ਸੀ। ਬੰਦਾ ਕਹਿੰਦਾ ਵੀ ਮੇਰਾ ਤਾਂ ਟਾਈਮ ਹੀ ਕੋਈ ਨਹੀਂ ਹੈ ਰੋਟੀ ਖਾਣ ਦਾ, ਕਿਉਂਕਿ ਭੱਜ ਦੌੜੀ ਇੰਨੀ ਜ਼ਿੰਦਗੀ 'ਚ ਲੱਗੀ ਹੋਈ ਸੀ। ਉਦੋਂ ਜੇ ਕਹੀਏ ਵੀ ਤੁਸੀਂ ਬਾਣੀ ਪੜ੍ਹ ਲਓ, ਨਾਮ ਸਿਮਰ ਲਓ, ਬੰਦਾ ਕਹਿੰਦਾ ਟਾਈਮ ਨਹੀਂ। ਪਰ ਅੱਜ ਜਿਹੜੇ ਸਮੇਂ 'ਚੋਂ ਆਪਾਂ ਲੰਘ ਰਹੇ ਹਾਂ, ਅੱਜ ਤੇ ਸਾਰਿਆਂ ਦੀ ਭੱਜ ਦੌੜ ਵਾਲੀ ਗੱਡੀ ਰੁਕ ਚੁੱਕੀ ਹੈ। ਅੱਜ ਤਾਂ ਅਸੀਂ ਆਪਣੇ ਆਪਣੇ ਘਰ ਦੇ ਵਿੱਚ ਸੀਮਤ ਹੋ ਗਏ ਹਾਂ, ਪਰ ਹੁਣ ਤੇ ਸਾਡੇ ਕੋਲ ਸਮਾਂ ਹੈ। ਹੁਣ ਸਾਨੂੰ ਸਮਝਣ ਦੀ ਲੋੜ ਹੈ, ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਤੇ ਰਾਤ ਵੀ ਜ਼ਿਕਰ ਕੀਤਾ ਸੀ ਕਿ ਦੇਖੋ ਅੱਜ ਕਿੰਨਾ ਸਾਦਗੀ ਵਾਲਾ ਜੀਵਨ ਅਸੀਂ ਜੀ ਰਹੇ ਹਾਂ। ਨਾ ਬਹੁਤੇ ਵਧੀਆ ਪਦਾਰਥ ਜਿਹੜੇ ਨੇ ਸਵਾਦਲੇ ਖਾਣੇ, ਨਾ ਵਧੀਆ ਜਿਹੜੇ ਨੇ ਵਸਤਰ ਰੰਗ ਬਰੰਗੇ ਪਹਿਨਣੇ, ਤੇ ਨਾ ਸਾਡੇ ਕੋਲ ਪਾਰਟੀਆਂ, ਕਲੱਬ, ਪੱਬ, ਨੱਚਣਾ ਗਾਣਾ, ਇਹ ਸਭ ਕੁਝ ਅੱਜ ਸਾਨੂੰ ਭੁੱਲਿਆ ਬੈਠਾ ਹੈ। ਅੱਜ ਕਿਸੇ ਨੇ ਵਿਆਹ ਵੀ ਕਰਾਉਣਾ ਹੋਵੇ ਤੇ 5 ਜਣੇ ਜਿਹੜੇ ਨੇ ਮਸਾਂ ਨਾਲ ਲੈ ਕੇ ਜਾਂਦਾ। ਅਸਲ ਵਿੱਚ ਹੋਣਾ ਵੀ ਇਹੀ ਚਾਹੀਦਾ। ਅਸੀਂ ਤਾਂ ਰਾਤ ਜ਼ਿਕਰ ਕੀਤਾ ਸੀ ਕਿ ਵਿਆਹ ਵੇਲੇ ਸਭ ਕੁਝ ਭੁੱਲ ਜਾਂਦੇ ਆ, ਬਸ ਇਹ ਹੁੰਦਾ ਹੈ ਕਿ ਮੈਂ ਤਾਂ 500 ਬੰਦਾ ਨਾਲ ਲੈ ਕੇ ਜਾਣਾ, ਮੈਂ ਤਾਂ 400 ਬੰਦਾ ਨਾਲ ਲੈ ਕੇ, ਮੈਂ ਤਾਂ ਆਪਣੇ ਬੱਚਿਆਂ ਦੇ ਵਿਆਹ ਤੇ 1000 ਬੰਦਾ ਇਕੱਠਾ ਕਰਨਾ ਹੈ। ਪਰ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਤਾਂ ਕਹਿ ਦਿੱਤਾ ਵੀ ਮੈਂ 500 1000 ਬੰਦਾ ਇਕੱਠਾ ਕਰਨਾ, ਪਰ ਜਿਹੜੇ ਧੀ ਵਾਲਾ ਪਰਿਵਾਰ ਹੁੰਦਾ ਉਹਨੂੰ ਵੀ ਪੁੱਛ ਕੇ ਵੇਖੋ ਕਿ ਉਹ 1000 ਬੰਦੇ ਦਾ ਖਾਣ ਪੀਣ ਦਾ ਪ੍ਰਬੰਧ ਕਰ ਸਕਦਾ ਹੈ
ਕਿ ਤੁਹਾਡੇ ਕਹਿਣ ਤੇ ਉਹਨੂੰ ਕਿਤੇ ਕਰਜ਼ਾ ਤੇ ਨਹੀਂ ਚੁੱਕਣਾ ਪਏਗਾ ਵੀ ਮੈਂ ਆਪਣੀ ਧੀ ਨੂੰ ਵਿਆਹੁਣਾ ਤੇ ਉਹ ਕਹਿੰਦੇ ਅਸੀਂ 500 ਬੰਦੇ ਲੈ ਕੇ ਆਉਣੇ ਨੇ ਤੇ ਉਹਨੂੰ ਕਿਤੇ ਕਰਜ਼ਾ ਚੁੱਕਣਾ ਪੈ ਜਾਏ। ਅਸੀਂ ਇੰਨਾ ਆਪਣੇ ਦੁਨੀਆ ਦੇ ਰੰਗਾਂ ਵਿੱਚ ਰੰਗ ਗਏ ਸੀ ਕਿ ਸਾਨੂੰ ਗੁਰੂ ਦਰ ਤੇ ਸਮੇਂ ਸਿਰ ਆਨੰਦ ਕਾਰਜ ਕਰਨਾ ਵੀ ਭੁੱਲਿਆ ਪਿਆ ਸੀ। ਆਨੰਦ ਕਾਰਜ ਅਸੀਂ ਆਪਣੀ ਮਰਜ਼ੀ ਦੇ ਨਾਲ ਤੁਰ ਪਏ ਸੀ। ਕਿਤੇ ਕੋਈ 4 ਵਜੇ ਆਨੰਦ ਕਾਰਜ ਸ਼ਾਮ ਨੂੰ ਹੋ ਰਿਹਾ ਹੈ, ਕਿਤੇ 5 ਵਜੇ ਹੋ ਰਿਹਾ ਹੈ। ਉਧਰੋਂ ਰਹਿਰਾ ਸਾਹਿਬ ਦੀ ਬਾਣੀ ਦਾ, ਸੋਧਰ ਦੀ ਚੌਂਕੀ ਦਾ ਟਾਈਮ ਹੁੰਦਾ ਹੈ, ਇੱਧਰੋਂ ਅਸੀਂ ਕਹਿੰਦੇ ਹਾਂ ਆਨੰਦ ਕਾਰਜ। ਅੱਜ ਵੇਖਣ ਨੂੰ ਮਿਲਦਾ ਹੈ ਕਿ ਬੰਦਾ ਆਨੰਦ ਕਾਰਜ ਕਰਨਾ ਹੋਵੇ ਤੇ ਸਵੇਰੇ ਸਵੇਰੇ ਜਾ ਕੇ ਸਮੇਂ ਸਿਰ ਕਹਿੰਦਾ ਮੈਂ ਆਨੰਦ ਕਾਰਜ ਕਰ ਆਵਾਂ, ਉਹ ਵੀ 5 ਬੰਦੇ ਨਾਲ ਲਿਜਾ ਕੇ ਬਸ। ਪਰ ਇਹ ਤਾਂ ਕਿੰਨੇ ਸਾਲ ਪਹਿਲਾਂ ਹੀ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿ ਭਾਈ ਆਨੰਦ ਕਾਰਜ ਦੀ ਜਿਹੜੇ ਕਾਰਜ ਨੇ ਇਹਨੂੰ ਸਾਦਗੀ ਵਿੱਚ ਕਰੋ। ਘੱਟ ਤੋਂ ਘੱਟ ਜਿਹੜੇ ਨੇ ਪ੍ਰਾਣੀ ਆਪਣੇ ਨਾਲ ਲੈ ਕੇ ਜਾਓ ਤਾਂ ਕਿ ਬੱਚੀ ਵਾਲਿਆਂ ਦੇ ਪਰਿਵਾਰ ਤੇ ਵੀ ਬਹੁਤਾ ਬੋਝ ਨਾ ਪਵੇ। ਸਧਾਰਨ ਤੌਰ ਤੇ ਜਿਹੜਾ ਉਹ ਸਾਡਾ ਖਾਣ ਪੀਣ ਵੀ ਹੋਵੇ, ਪਰ ਅਸੀਂ ਤੇ ਸਾਰੇ ਕੰਮ ਨਿਬੇੜ ਕੇ ਖਾਣਾ ਪੀਣਾ, ਨੱਚਣਾ ਟੱਪਣਾ ਔਰ ਜਿੰਨੀਆਂ ਰਸਮਾਂ ਅਸੀਂ ਵਧਾ ਲਈਆਂ ਨੇ, ਜਿਹੜਾ ਵਰਮਾਲਾ ਪਾਉਣੀ ਹੈ, ਪਤਾ ਨਹੀਂ ਕਿੰਨੀਆਂ ਰਸਮਾਂ ਨੇ, ਸਾਰੀਆਂ ਨਿਭਾਉਣ ਤੋਂ ਬਾਅਦ ਫਿਰ ਜਦੋਂ ਗੁਰੂ ਘਰ ਤੋਂ ਫੋਨ ਜਾਂਦਾ ਵੀ ਹੁਣ ਤਾਂ ਆ ਜਾਓ ਆਨੰਦ ਕਾਰਜ ਦਾ ਸਮਾਂ ਲੰਘ ਗਿਆ, ਫਿਰ ਜਾ ਕੇ ਕਿਤੇ ਅਸੀਂ ਪਹੁੰਚਦੇ ਹਾਂ। ਤੇ ਜੇ ਪਹੁੰਚ ਵੀ ਜਾਂਦੇ ਹਾਂ ਤੇ ਫਿਰ ਅਸੀਂ ਕਹਿੰਦੇ ਹਾਂ ਵੀ ਛੇਤੀ ਛੇਤੀ ਨਿਬੇੜ ਦਿਓ ਕਿਉਂਕਿ ਅਸੀਂ ਵਾਪਸ ਫਿਰ ਜਾਣਾ ਹੈ। ਅਸੀਂ ਕਿਤੇ ਝਾਤ ਮਾਰੀਏ ਉਸ ਸਮੇਂ ਦੇ ਵਿੱਚ ਵੀ ਅਸੀਂ ਕਿਹੜੇ ਕਿਹੜੇ ਰੰਗਾਂ ਵਿੱਚ ਰੰਗੇ ਪਏ ਸੀ। ਅਸੀਂ ਕਿੰਨਾ ਮਾਲਕ ਨੂੰ ਵਿਸਾਰ ਕੇ ਕਿੰਨੀ ਬਾਣੀ ਦੀ ਬੇਕਦਰੀ ਜਿਹੜੀ ਆ ਉਹ ਕਰਨ ਲੱਗ ਪਏ ਸਾਂ। ਅਸੀਂ ਤੇ ਗੁਰੂ ਸਾਹਿਬ ਨੂੰ ਆਪਣੇ ਮੁਤਾਬਕ ਚਲਾਉਣ ਲੱਗ ਪਏ। ਜਿਹੜੇ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ 4 ਲਾਵਾਂ ਦਾ ਪਾਠ ਉਚਾਰਨ ਕੀਤਾ ਸੂਹੀ ਰਾਗ ਵਿੱਚ, ਉਹ ਸੂਹੀ ਰਾਗ ਦਾ ਸਮਾਂ ਹੀ 12 ਵਜੇ ਤੱਕ ਦਾ। ਪਰ ਅਸੀਂ ਇਹਨੇ ਆ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਭਾਵੇਂ ਸੂਹੀ ਰਾਗ ਵਿੱਚ 4 ਲਾਵਾਂ ਦਾ ਪਾਠ ਸਾਨੂੰ ਦਿੱਤਾ ਹੈ, ਪਰ ਅਸੀਂ ਆਨੰਦ ਕਾਰਜ ਆਪਣੀ ਮਰਜ਼ੀ ਨਾਲ ਹੀ ਕਰਾਉਣਾ ਹੈ। ਅਸੀਂ ਤੁਹਾਡੇ ਦਰ ਤੇ ਅਸੀਂ ਆਪਣੀ ਮਰਜ਼ੀ ਦੇ ਨਾਲ ਹੀ ਆਉਣਾ ਤੇ ਜਾਣਾ ਹੈ। ਕਿਉਂ? ਕਿਉਂਕਿ ਉਦੋਂ ਅਸੀਂ ਆਜ਼ਾਦ ਸੰਸਾਰ ਦੇ ਵਿੱਚ ਦੁਨੀਆ ਦੇ ਰੰਗਾਂ 'ਚ ਰੰਗੇ ਸਾਂ, ਪਰ ਅੱਜ ਐਸੀ ਕੁਦਰਤੀ ਮਾਰ ਬੰਦਾ ਕਹਿੰਦਾ ਅੱਜ ਭਾਵੇਂ 2 ਹੀ ਮੈਨੂੰ ਲਿਜਾਣੇ ਪੈਣ, ਮੈਂ 2 ਵੀ ਲਿਜਾਣ ਨੂੰ ਤਿਆਰ ਹਾਂ। ਅੱਜ ਭਾਵੇਂ ਕੋਈ ਸਟਾਲ ਨਾ ਵੀ ਲੱਗੇ, ਖਾਣ ਪੀਣ ਦਾ ਪ੍ਰਬੰਧ ਨਾ ਵੀ ਹੋਵੇ, ਤਾਂ ਵੀ ਮੈਂ ਗੁਰੂ ਘਰ ਜਾ ਕੇ ਆਨੰਦ ਕਾਰਜ ਜਾਂ ਵਿਆਹ ਦੀ ਕਿਤੇ ਵੀ ਕੋਈ ਵੀ ਕਿਸੇ ਧਰਮ ਦਾ ਪ੍ਰਾਣੀ ਹੋਵੇ ਕਰਨ ਨੂੰ ਤਿਆਰ ਹਾਂ। ਕਿਉਂ ਆ? ਕਿਉਂਕਿ ਅੱਜ ਸਾਨੂੰ ਸਾਹਮਣੇ ਮਹਾਮਾਰੀ ਤੇ ਬਿਮਾਰੀ ਦਿਸਦੀ ਹੈ। ਅੱਜ ਸਾਨੂੰ ਇਹ ਕਾਨੂੰਨ ਜਿਹੜਾ ਇਹ ਦਿਸਦਾ ਹੈ, ਇਹਦੇ ਬਣਾਏ ਰੂਲ ਦਿਸਦੇ ਨੇ, ਪਰ ਸਤਿਗੁਰੂ ਜੀ ਤਾਂ ਸਾਨੂੰ ਬਾਣੀ ਵਿੱਚ ਕਿੰਨੇ ਚਿਰਾਂ ਤੋਂ ਸਮਝਾਉਂਦੇ ਪਏ ਨੇ ਕਿ ਹੇ ਮਨੁੱਖ ਤੂੰ ਆ ਦੁਨੀਆ ਦੇ ਰੰਗਾਂ ਵਿੱਚ ਰੰਗਿਆ ਹੋਇਆ, ਇਦਾਂ ਤੈਨੂੰ ਸੁੱਖ ਸਕੂਨ ਨਹੀਂ ਮਿਲਣਾ। ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਚੱਲਾਂਗੇ ਤੇ ਆਉਣ ਵਾਲਾ ਸਮਾਂ ਸਾਡੇ ਲਈ ਸੁਖਾਲਾ ਹੋ ਜਾਏਗਾ। ਤੇ ਜੇ ਆਹ ਸਮਾਂ ਟਲ ਗਿਆ, ਔਖੀ ਘੜੀ ਲੰਘ ਗਈ, ਫਿਰ ਦੁਨੀਆ ਦੀ ਪਟੜੀ ਤੇ ਗੱਡੀਆਂ ਆ ਗਈਆਂ, ਫਿਰ ਅਸੀਂ ਭੁੱਲ ਗਏ ਰੱਬ ਨੂੰ, ਫਿਰ ਸਮੇਂ ਨਾਲ ਫਿਰ ਮਾਰ ਪਏਗੀ। ਅੱਜ ਸਮਾਂ ਹੈ ਕਿ ਅਸੀਂ ਪਰਮੇਸ਼ਵਰ ਨੂੰ, ਰੱਬ ਜੀ ਨੂੰ, ਵਾਹਿਗੁਰੂ ਨੂੰ ਹਰ ਵੇਲੇ ਚੇਤੇ ਰੱਖੀਏ। ਤਾਂ ਫਿਰ ਕੀ ਹੋਏਗਾ? ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਹੀਂ। ਅੱਜ ਵੀ ਇੰਨੇ ਹਾਲਾਤਾਂ ਦੇ ਵਿੱਚ ਜੇ ਕਿਤੇ ਸਾਨੂੰ ਗੁਰੂ ਕਾ ਲੰਗਰ ਵੀ ਛਕਣ ਨੂੰ ਮਿਲਦਾ ਨਾ, ਤੇ ਅਸੀਂ ਉੱਥੋਂ ਵੀ ਮੂੰਹ ਮੋੜਦੇ ਹਾਂ। ਅਸੀਂ ਕਹਿੰਦੇ ਹਾਂ ਵੀ ਕੀ ਬਣਾ ਕੇ ਲਿਆਏ ਹੋ, ਵਧੀਆ ਸਬਜ਼ੀ ਕਿਹੜੀ ਤੁਸੀਂ ਲੈ ਕੇ ਆਏ ਹੋ। ਜਿਹੜੇ ਤਾਂ ਇੱਕ ਦਾਣੇ ਤੋਂ ਵੀ, ਜਿਨ੍ਹਾਂ ਦੇ ਬੱਚੇ ਵੀ ਭੁੱਖੇ ਤੜਪਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਸਾਨੂੰ ਭਾਵੇਂ ਕੱਲ ਦਾ ਹੀ ਬਣਿਆ ਮਿਲ ਜਾਏ, ਤੇ ਜਿਨ੍ਹਾਂ ਨੂੰ ਮਿਲਦਾ ਉਹ ਕਹਿੰਦੇ ਸਾਡੇ ਲਈ ਬਣਾ ਕੇ ਕੀ ਲਿਆਏ ਹੋ। ਔਰ ਜਿਹੜਾ ਗੁਰੂ ਘਰ ਦਾ ਲੰਗਰ ਹੈ, ਇਹ ਪੰਗਤ ਵਿੱਚ ਹੀ ਬੈਠ ਕੇ ਛਕਿਆ ਜਾਏ ਤੇ ਉਹਦਾ ਆਨੰਦ ਵੀ ਵੱਖਰਾ, ਉਹਦਾ ਰਸ ਵੀ ਵੱਖਰਾ।
ਪਰ ਸਾਨੂੰ ਮਿਲਦਾ ਨਾ, ਇਸ ਕਰਕੇ ਸਾਨੂੰ ਬੇਕਦਰੀ ਹੈ ਉਹਦੀ, ਸਮਝ ਨਹੀਂ ਕਿ ਅਸੀਂ ਕਿਹੜੇ ਰਾਹ ਤੋਂ ਲੰਘ ਰਹੇ ਹਾਂ ਤੇ ਕਰ ਕੀ ਰਹੇ ਹਾਂ। ਗੁਰਬਾਣੀ ਸਾਨੂੰ ਇਹੀ ਸਮਝਾਉਂਦੀ ਹੈ। ਖੈਰ ਆਪਣੇ ਵਿਸ਼ੇ ਵਿੱਚ ਰਵਾਂ। ਕਬੀਰ ਜੀ ਕਹਿੰਦੇ ਨੇ, ਬੰਦਿਆ ਤੂੰ ਕੌਡੀ ਕੌਡੀ ਜੋੜ ਕੇ ਲੱਖਾਂ ਤੇ ਕਰੋੜਾਂ ਤਾਂ ਜੋੜ ਲਏ। ਉਹਨੇ ਤੇਰੇ ਅੰਦਰ ਹੰਕਾਰ ਵੀ ਪੈਦਾ ਕਰ ਦਿੱਤਾ ਕਿ ਮੈਂ ਲੱਖਪਤੀ ਹੋ ਗਿਆ, ਮੈਂ ਕਰੋੜਪਤੀ ਹੋ ਗਿਆ, ਮੈਂ ਅਰਬਾਂਪਤੀ ਹੋ ਗਿਆ। ਪਰ ਸੱਚ ਤਾਂ ਇਹ ਹੈ ਕਿ ਜਦੋਂ ਤੂੰ ਦੁਨੀਆ ਤੋਂ ਚੱਲਣਾ ਹੈ ਨਾ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਜਦੋਂ ਤੂੰ ਚਾਰ ਮੋਢਿਆਂ ਤੇ ਜਾਣਾ ਨਾ, ਤੇਰੇ ਸਰੀਰ ਨੇ, ਤੇਰੀ ਅਰਥੀ ਨੇ, ਕਹਿੰਦੇ ਫਿਰ ਇਹਦੇ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਚੱਲਣਾ, ਕੁਝ ਵੀ ਤੇਰੇ ਕੰਮ ਨਹੀਂ ਆਉਣਾ। ਜਿਵੇਂ ਕਬੀਰ ਜੀ ਦਾ ਹੀ ਬਚਨ ਆਪਾਂ ਪੜ੍ਹ ਕੇ ਆਏ ਆ। ਕਬੀਰ ਜੀ ਕਹਿੰਦੇ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਜਿਨ੍ਹਾਂ ਦੇ ਪੱਲੇ ਲੱਖਾਂ ਤੇ ਕਰੋੜਾਂ ਸੀ, ਜਦੋਂ ਦੁਨੀਆ ਤੋਂ ਗਏ ਨੇ, ਨਾਂਗੇ ਪਾਵੋਂ ਤੇ ਗਏ। ਇਸ ਲਈ ਕਹਿ ਰਹੇ ਨੇ ਕਬੀਰ, ਕੌਡੀ ਕੌਡੀ ਜੋਰ ਕੈ। ਤੇਰੇ ਸਾਹਮਣੇ ਕੋਈ ਭੁੱਖਾ ਮਰਦਾ ਸੀ, ਮਰਦਾ ਰਹੇ, ਕੋਈ ਤੜਪਦਾ ਸੀ, ਤੜਪਦਾ ਰਹੇ, ਕੋਈ ਲੋੜਵੰਦ ਆ ਕੇ ਫਰਿਆਦ ਕਰਦਾ ਰਿਹਾ, ਕਰਦਾ ਰਹੇ, ਪਰ ਤੂੰ ਇੱਕ ਇੱਕ ਕੌਡੀ ਜੋਰ ਜੋਰ ਕੇ ਜੋਰੇ ਲੱਖ ਕਰੋੜ, ਲੱਖਾਂ ਕਰੋੜਾਂ ਜੋੜ ਲਏ, ਪਰ ਉਹਦੇ ਵਿੱਚੋਂ ਇੱਕ ਕੌਡੀ ਵੀ ਕਿਸੇ ਦੇ ਕੰਮ ਨਹੀਂ ਆਈ। ਇੱਕ ਕੌਡੀ ਵੀ ਤੂੰ ਭਲੇ ਵਾਸਤੇ ਨਹੀਂ ਖਰਚੀ। ਤੂੰ ਉਹਨਾਂ ਵਿੱਚੋਂ ਇੱਕ ਜਿਹੜਾ ਦਸਵੰਧ ਤੈਨੂੰ ਕਿਹਾ ਸੀ ਉਹ ਕੱਢਿਆ ਹੀ ਕੋਈ ਨਾ। ਤੂੰ ਕਹਿਣ ਲੱਗੇ ਫਿਰ ਚਲਤੀ ਬਾਰ ਨਾ ਕੱਛ ਮਿਲਿਓ। ਜਦੋਂ ਤੂੰ ਚੱਲਣਾ ਹੈ ਨਾ ਦੁਨੀਆ ਤੋਂ, ਹੁਣ ਇੱਕ ਗੱਲ ਧਿਆਨ ਰੱਖਿਓ, ਚੱਲਣਾ ਕਦੋਂ ਹੈ ਸਾਨੂੰ ਇਹ ਵੀ ਨਹੀਂ ਪਤਾ। ਜੇ ਤੇ ਬੰਦੇ ਨੂੰ ਪਤਾ ਹੋਵੇ ਵੀ ਮੈਂ ਹਜੇ 50 ਸਾਲ ਬਾਅਦ ਜਾ ਕੇ ਚੱਲਣਾ ਹੈ, 70 ਸਾਲ ਬਾਅਦ ਜਾ ਕੇ ਚੱਲਣਾ ਹੈ, ਚਲੋ ਫਿਰ ਤੇ 70 ਸਾਲ ਬਾਅਦ ਜਾ ਕੇ ਚੱਲਣਾ ਦੁਨੀਆ ਤੋਂ, ਫਿਰ ਤੇ 65 ਸਾਲ ਤੂੰ ਸੰਭਾਲ ਕੇ ਰੱਖ ਲੈ, ਅਖੀਰਲੇ ਸਮੇਂ ਇਹਨੂੰ ਖਰਚ ਲਈ, ਇਹਨੂੰ ਵਰਤ ਲਈ। ਪਰ ਸਾਹਿਬ ਕਹਿੰਦੇ ਇਹ ਵੀ ਭੁਲੇਖਾ ਕੱਢ ਦੇ, ਕਿਉਂਕਿ ਚੱਲਣ ਦਾ ਵੀ ਨਹੀਂ ਪਤਾ ਕਦੋਂ ਚੱਲਣਾ ਪੈ ਜਾਣਾ। ਤੇ ਇਹ ਤੇਰੇ ਜੋੜਿਆ ਸਭ ਕੁਝ ਇਕੱਠਾ ਕੀਤਾ, ਇੱਥੇ ਧਰਿਆ ਧਰਾਇਆ ਰਹਿ ਜਾਣਾ ਤੇ ਕਬਜ਼ਾ ਕਿਸੇ ਹੋਰ ਨੇ ਕਰ ਲੈਣਾ, ਮੋਹਰ ਕਿਸੇ ਹੋਰ ਨੇ ਲਾ ਲੈਣੀ ਹੈ। ਜੋੜਦਾ ਜੋੜਦਾ ਤੂੰ ਮਰ ਗਿਆ, ਥੱਕ ਗਿਆ, ਪਰ ਸਾਂਭ ਕੇ ਕੋਈ ਹੋਰ ਬਹਿ ਜਾਏਗਾ, ਫਿਰ ਤੇਰੇ ਕੰਮ ਤੇ ਆਇਆ ਹੀ ਨਾ, ਤੇਰੇ ਤੇ ਕੰਮ ਹੀ ਨਹੀਂ ਆਇਆ, ਕਿਉਂਕਿ ਤੂੰ ਦੁਨੀਆ ਤੋਂ ਚਲਾ ਗਿਆ, ਸਾਂਭ ਕਿਸੇ ਹੋਰ ਨੇ ਲਿਆ, ਤੇ ਜਿਹਨੇ ਸਾਂਭਿਆ ਰਹਿਣਾ ਉਹਨੇ ਵੀ ਸਦਾ ਨਹੀਂ ਦੁਨੀਆ 'ਚ। ਕਿਉਂਕਿ ਇਹ ਸਰਾਂ ਹੈ ਜਿੱਥੇ ਆਪਾਂ ਕੁਝ ਸਮੇਂ ਲਈ ਆਏ ਹਾਂ। ਕੋਈ ਇੱਕ ਦਿਨ ਲਈ ਆਇਆ, ਕੋਈ 4 ਦਿਨ ਲਈ ਆਇਆ। ਜਿਹੜਾ ਆਇਆ, ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਉਹਨੇ ਚੱਲਣਾ ਹੈ, ਤੇ ਜੇ ਚੱਲਣਾ ਹੀ ਹੈ ਤੇ ਫਿਰ ਇਹ ਸਾਰਾ ਕੁਝ ਸਾਂਭਣਾ, ਇਕੱਠਾ ਕਰਨਾ ਕਿਉਂ? ਕਹਿੰਦੇ ਨੀਤ ਨੀਤ ਘਰ ਬਾਂਧੀ ਹੈ ਜੇ ਰਹਿਣਾ ਹੋਈ। ਸਦੀਵੀ ਤਾਂ ਦੁਨੀਆ ਵਿੱਚ ਕਿਸੇ ਨੇ ਵੀ ਨਹੀਂ ਰਹਿਣਾ, ਨਾ ਕੋਈ ਸਦਾ ਦੁਨੀਆ ਵਿੱਚ ਰਿਹਾ। ਰਾਵਣ ਨੂੰ ਹੰਕਾਰ ਸੀ ਨਾ, ਐਡਾ ਵੱਡਾ ਗਿਆਤਾ ਸੀ, ਉਹ ਪਾਠੀ ਸੀ, ਵਿਦਵਾਨ ਸੀ, ਐਡਾ ਵੱਡਾ ਉਹ ਪੰਡਤ ਸੀ, ਉਹਦੇ ਵਰਗੀ ਵਿਦਵਤਾ ਕਿਹਦੇ ਕੋਲ ਹੈ? ਪਰ ਉਹਦੇ ਹੰਕਾਰ ਨੇ ਉਹਨੂੰ ਮੂਰਖ ਬਣਾਤਾ। ਤੇ ਕਹਿਣਾ ਪਿਆ ਗੁਰਬਾਣੀ ਵਿੱਚ, ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਕੀ ਲੈ ਗਿਆ ਮੂਰਖ? ਰਾਵਣ ਜਿਹੜਾ ਸੀ ਇੰਨਾ ਵੱਡਾ ਵਿਦਵਾਨ ਹੋਣ ਦੇ ਬਾਵਜੂਦ ਮੂਰਖ ਬਣ ਕੇ ਕੀ ਲੈ ਗਿਆ ਆਪਣੇ ਨਾਲ। ਇਸ ਲਈ ਇਹ ਜਿੰਨਾ ਵੱਧਦਾ ਜਾਏਗਾ ਉਨਾ ਹੀ ਹੰਕਾਰ ਵੀ ਵੱਧਦਾ ਜਾਏਗਾ। ਕਹਿੰਦੇ ਧਿਆਨ ਰੱਖੀ, ਜਦੋਂ ਚੱਲਣਾ ਹੈ, ਹੁਣ ਕਦੋਂ ਚੱਲਣਾ ਹੈ ਕੋਈ ਨਹੀਂ ਪਤਾ, ਕਿਆ ਜਾਨਾ ਕਿਵ ਮਰੇਂਗੇ ਕੈਸਾ ਮਰਨਾ ਹੋਏ। ਕਈ ਵਾਰ ਤੇ ਮੌਤ ਵੀ ਇਦਾਂ ਦੀ ਆ ਜਾਂਦੀ ਹੈ ਵੀ ਜਿੱਥੇ ਇੱਕ ਕੌਡੀ ਵੀ ਜਿਹੜੀ ਆ ਉਹ ਵਰਤੀ ਨਹੀਂ ਜਾਂਦੀ। ਜਿਹਦੇ ਆਪਣੇ ਲਈ ਇੰਨਾ ਧਨ ਜੋੜਿਆ ਨਾ, ਤੇ ਕਈ ਵਾਰੀ ਮੌਤ ਹੀ ਇੰਨੇ ਹਾਲਾਤਾਂ ਵਿੱਚ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਹੜਾ ਧਨ ਜੋੜਿਆ ਸੀ ਉਹਦੇ ਵਿੱਚੋਂ ਇੱਕ ਕੌਡੀ ਵੀ ਕੰਮ ਨਹੀਂ ਆਉਂਦੀ ਉਹਦੇ। ਮੌਤ ਵੇਲੇ ਵੀ, ਸੰਸਕਾਰ ਵੇਲੇ ਵੀ ਉਹਦੇ ਕੰਮ ਨਹੀਂ ਆਉਂਦੀ। ਇਸ ਲਈ ਕਹਿ ਰਹੇ ਨੇ, ਕਹਿੰਦੇ ਚਲਤੀ ਬਾਰ ਨਾ ਕੱਛ ਮਿਲਿਓ। ਕੁਛ ਵੀ ਤੈਨੂੰ ਨਹੀਂ ਮਿਲਣਾ, ਨਾ ਮਿਲਿਆ। ਲਈ ਲੰਗੋਟੀ ਤੋਰ। ਲੰਗੋਟੀ ਦਾ ਅਰਥ ਹੁੰਦਾ ਵੀ ਜਿਹੜਾ
ਲੱਕ ਦੇ ਨਾਲ ਇੱਕ ਡੋਰੀ ਪਾ ਕੇ, ਰੱਸੀ ਪਾ ਕੇ, ਤੜਾਗੀ ਜਿਹਨੂੰ ਕਹਿ ਦਿੰਦੇ ਆ, ਉਹਨੂੰ ਬੰਨ੍ਹ ਲੈਣਾ ਤੇ ਉਹਦੇ ਨਾਲ ਇੱਕ ਥੈਲੀ ਜਿਹੜੀ ਸੀ ਲਮਕਾ ਲੈਣੀ, ਤੇ ਜੋ ਵੀ 1 ਟਕਾ 2 ਟਕੇ ਜਿੰਨੇ ਮਿਲਣੇ ਉਹ ਉਹਦੇ ਵਿੱਚ ਪਾਈ ਜਾਣੇ। ਅਸਲ ਵਿੱਚ ਇਹ ਹੈ ਫਕੀਰਾਂ ਵਾਸਤੇ ਸੀ ਕਿ ਤੁਸੀਂ ਫਕੀਰ ਹੋ, ਰੱਬ ਦੇ ਪਿਆਰੇ ਹੋ, ਤੁਹਾਨੂੰ ਜੋ ਕੁਝ ਮਿਲਦਾ ਹੈ ਤੁਸੀਂ ਉਹ ਆਪਣੀ ਗੁਥਲੀ ਵਿੱਚ ਪਾਉਂਦੇ ਰਹਿੰਦੇ ਹੋ, ਇਕੱਠਾ ਕਰਦੇ ਰਹਿੰਦੇ ਹੋ ਵੀ ਇਹ ਕੰਮ ਆਏਗਾ। ਪਰ ਕਬੀਰ ਜੀ ਕਹਿੰਦੇ ਨਹੀਂ, ਜਦੋਂ ਤੁਹਾਡਾ ਸਰੀਰ ਸੰਸਕਾਰ ਵਿੱਚ ਲਿਜਾਇਆ ਜਾਣਾ ਨਾ, ਤੇ ਤੁਹਾਡੇ ਤਨ ਉੱਤੇ ਜੋ ਵੀ ਹੈ ਉਹ ਸਭ ਕੁਝ ਲਾ ਲਿਆ ਜਾਣਾ। ਭਾਵੇਂ ਚਾਬੀਆਂ ਦਾ ਗੁੱਛਾ ਆਪਾਂ ਲਮਕਾ ਕੇ ਤੁਰੇ ਫਿਰੀਏ ਉਹ ਵੀ ਲਾ ਲਿਆ ਜਾਣਾ, ਭਾਵੇਂ ਕੋਈ ਹੱਥਾਂ ਪੈਰਾਂ ਤੇ ਸੋਨਾ ਚਾਂਦੀ ਹੋਵੇ ਉਹ ਵੀ ਲਾ ਲਿਆ ਜਾਣਾ। ਸਿਰਫ ਇੱਕ ਤਨ ਉੱਤੇ ਉਹ ਬਸਤਰ ਤੁਹਾਡੇ ਪਹਿਨਾਇਆ ਜਾਣਾ ਜਿਹਨੂੰ ਕੋਈ ਜੇਬ ਨਹੀਂ ਹੋਣੀ। ਤੇ ਪਿਛਲੇ ਦਿਨੀ ਜ਼ਿਕਰ ਕੀਤਾ ਸੀ ਆਪ ਜੀ ਨਾਲ ਕਿ ਜਿਸ ਦਿਨ ਅਸੀਂ ਜਨਮ ਲਿਆ ਸੀ ਉਸ ਦਿਨ ਸਭ ਤੋਂ ਪਹਿਲਾਂ, ਜਿਸ ਦਿਨ ਜਨਮ ਲਿਆ, ਸਭ ਤੋਂ ਪਹਿਲਾਂ ਸਾਡੇ ਤਨ ਤੇ ਜਿਹੜਾ ਬਸਤਰ ਪਾਇਆ ਸਾਡੇ ਮਾਪਿਆਂ ਨੇ, ਉਹਨੂੰ ਕੋਈ ਕਿਸੇ ਪ੍ਰਕਾਰ ਦਾ ਖੀਸਾ ਨਹੀਂ ਸੀ ਲਾਇਆ, ਕੋਈ ਉਹਨੂੰ ਜੇਬ ਨਹੀਂ ਸੀ ਲਾਈ। ਕਿਉਂ? ਕਿਉਂਕਿ ਬੱਚਾ ਜੰਮਿਆ, ਇਹਨੂੰ ਤੇ ਪਤਾ ਹੀ ਨਹੀਂ ਵੀ ਕੀ ਮੇਰਾ ਤੇ ਕੀ ਤੇਰਾ, ਇਹਨੂੰ ਕੀ ਪਤਾ ਧਨ ਦਾ ਇਹਨੇ ਕੀ ਕਰਨਾ ਹੈ, ਉਹਨੂੰ ਕੋਈ ਜੇਬ ਲਾਈ ਨਹੀਂ ਜਾਂਦੀ ਜਿਹੜਾ ਪਹਿਲੀ ਵਾਰ ਕੱਪੜਾ ਪੈਂਦਾ ਹੈ। ਤੇ ਜਿਸ ਦਿਨ ਦੁਨੀਆ ਤੋਂ ਬੰਦਿਆ ਤੂੰ ਤੁਰਨਾ ਹੈ ਨਾ, ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਉਸ ਦਿਨ ਵੀ ਜਿਹੜਾ ਤੇਰੇ ਤਨ ਤੇ ਕਫਨ ਕੱਪੜਾ ਹੋਣਾ ਹੈ ਉਹਨੂੰ ਵੀ ਕੋਈ ਜੇਬ ਨਹੀਂ ਹੋਣੀ, ਕਿਉਂਕਿ ਪਤਾ ਇਹਨੇ ਬੰਦੇ ਨੇ ਨਾਲ ਕੀ ਲੈ ਜਾਣਾ ਹੈ। ਇਸ ਬੰਦੇ ਨੇ ਕੀ ਲੈ ਜਾਣਾ ਜਿਹੜਾ ਸਾਰੀ ਉਮਰ ਜੋੜਦਾ ਰਿਹਾ, ਇਕੱਠਾ ਕਰਦਾ ਰਿਹਾ, ਆਪਣਾ ਵੀ ਉਹਨੇ ਦੁੱਖ ਸੁੱਖ ਨਾ ਵੇਖਿਆ, ਨਾ ਕਿਸੇ ਦਾ ਵੇਖਿਆ, ਬਸ ਇਕੱਠਾ ਕਰਦਾ ਰਿਹਾ, ਅਖੀਰ ਕਹਿੰਦੇ ਉਹਦੇ ਵੀ ਕੰਮ ਨਾ ਆਇਆ। ਸਿਕੰਦਰ ਨੂੰ ਕੀ ਸਮਝ ਆਈ? ਇਹੀ ਤੇ ਸਮਝ ਆਈ ਸੀ, ਦੁਨੀਆ ਨੂੰ ਆਖਿਆ ਕਿ ਮੈਂ ਜੋ ਕੁਝ ਹੁਣ ਤੱਕ ਇਕੱਠਾ ਕੀਤਾ ਮੇਰੇ ਤੇ ਇੱਕ ਕੌਡੀ ਵੀ ਕੰਮ ਨਹੀਂ ਆਈ। ਇੰਨੇ ਜ਼ੁਲਮ ਕੀਤੇ, ਇੰਨੇ ਪਾਪ ਕੀਤੇ, ਇੰਨੇ ਅਤਿਆਚਾਰ ਕੀਤੇ, ਇੰਨੇ ਕਤਲ ਕੀਤੇ, ਇੰਨੀਆਂ ਲੁੱਟਾਂ ਖੋਹਾਂ ਕੀਤੀਆਂ, ਪਰ ਅਫਸੋਸ ਕਿ ਸਿਕੰਦਰ ਖਾਲੀ ਹੱਥ ਜਹਾਨ ਤੋਂ ਚੱਲਿਆ ਹੈ। ਪਰ ਸਾਨੂੰ ਤਾਂ ਬਾਣੀ ਵਿੱਚ ਇਹ ਗੱਲਾਂ ਸਮਝਾਈਆਂ ਗਈਆਂ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਇਹ ਬੰਦਿਆ ਕੀ ਮੇਰਾ ਤੇ ਕੀ ਤੇਰਾ, ਸਾਰੀ ਉਮਰ ਇਹਦੇ ਪਿੱਛੇ ਹੀ ਲੜਦਾ ਰਹਿਣਾ ਹੈ, ਸਾਰੀ ਉਮਰ ਇਸੇ ਪਿੱਛੇ ਤੂੰ ਲੜ ਕੇ ਆਪਣੀ ਜ਼ਿੰਦਗੀ ਗਵਾ ਲੈਣਾ। ਇਹ ਮੇਰਾ, ਆ ਮੇਰਾ, ਆ ਮੇਰਾ, ਆ ਮੇਰਾ। ਤੇ ਜਿਸ ਦਿਨ ਤੂੰ ਦੁਨੀਆ ਤੋਂ ਤੁਰਦਾ ਉਸ ਦਿਨ ਤੇਰਾ ਮੇਰਾ ਕਿੱਥੇ ਗਿਆ? ਉਸ ਦਿਨ ਤੇਰੀ ਮੇਰੀ ਜਿਹੜੀ ਆ ਇਹ ਖਤਮ ਹੋ ਜਾਂਦੀ ਆ, ਕਿਉਂਕਿ ਇੱਕ ਕੌਡੀ ਵੀ ਤੇਰੇ ਨਾਲ ਉਸ ਵੇਲੇ ਚੱਲਦੀ ਨਹੀਂ, ਤੇਰੇ ਕੰਮ ਨਹੀਂ ਆਉਂਦੀ। ਪਰ ਇਹ ਗੱਲ ਸਮਝਣ ਦੀ ਹੈ। ਪੜ੍ਹਨਾ ਤੇ ਬੜਾ ਸੌਖਾ ਹੈ, ਸੁਣਾਉਣਾ ਵੀ ਮੇਰੇ ਵਰਗੇ ਲਈ ਬੜਾ ਸੌਖਾ ਹੈ ਕਿ ਕਬੀਰ ਜੀ ਨੇ ਆਹ ਗੱਲ ਕਿੰਨੇ ਕਮਾਲ ਦੀ ਕਹੀ ਹੈ। ਪਰ ਗੱਲ ਸੁਣਨੀ ਸੁਣਾਉਣੀ ਬੜੀ ਸੌਖੀ ਹੈ, ਪਰ ਇਹਨੂੰ ਸਮਝਣਾ ਬੜਾ ਔਖਾ ਹੈ। ਜਿਹਨੂੰ ਸਮਝ ਆ ਗਈ ਉਹ ਇੱਕੋ ਗੱਲ ਕਹਿੰਦਾ, ਉਹ ਕਹਿੰਦਾ ਵੀ ਇਹ ਧਨ ਕਿਸੇ ਦੇ ਕੰਮ ਆ ਜਾਏ, ਕਿਸੇ ਦੀ ਜ਼ਰੂਰਤ ਪੂਰੀ ਹੋ ਜਾਏ, ਕਿਸੇ ਦਾ ਭਲਾ ਹੋ ਜਾਏ, ਤੇ ਫਿਰ ਇਹ ਕਿਹੜਾ ਆਪਾਂ ਦੁਨੀਆ ਤੋਂ ਨਾਲ ਲੈ ਜਾਣਾ ਹੈ। ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋੜ, ਚਲਤੀ ਬਾਰਨ ਕੱਛ ਮਿਲਿਓ ਲਈ ਲੰਗੋਟੀ ਤੋਰ। ਉਹ ਜਿਹੜੇ ਲੱਕ ਦੇ ਨਾਲ ਤੜਾਗੀ ਸੀ ਨਾ, ਡੋਰੀ ਬੰਨੀ ਹੋਈ ਸੀ, ਉਹਦੇ ਨਾਲ ਜਿਹੜੀ ਥੈਲੀ ਲਮਕਦੀ ਸੀ ਉਹ ਲਾ ਲਈ ਗਈ ਅਖੀਰ ਤੇ। ਉਹ ਸਾਰਾ ਧਨ ਜਿੰਨਾ ਇਕੱਠਾ ਕਰਦਾ ਰਿਹਾ ਇੱਕ ਇੱਕ ਕਰਕੇ ਉਹ ਸਾਰਾ ਹੀ ਇਹਦੇ ਤੋਂ ਲੈ ਲਿਆ ਗਿਆ। ਫਿਰ ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ। ਪਰ ਬੰਦੇ ਨੂੰ ਫਿਰ ਵੀ ਸਮਝ ਨਹੀਂ। ਜੇ ਇਹ ਗੱਲ ਹਰ ਇੱਕ ਨੂੰ ਸਮਝ ਆ ਜਾਏ ਨਾ, ਤੇ ਇਹ ਚੋਰੀਆਂ, ਇਹ ਠੱਗੀਆਂ, ਇਹ ਲੁੱਟਾਂ ਖੋਹਾਂ, ਇਹ ਸਭ ਕੁਝ ਖਤਮ ਨਾ ਹੋ ਜਾਏ। ਜਿੰਨਾ ਅਸੀਂ ਦੁਨੀਆ ਨੂੰ ਜ਼ਹਿਰ ਘੋਲ ਕੇ ਪਿਆਉਂਦੇ ਪਏ ਆ ਖਤਮ ਨਾ ਹੋ ਜਾਏ। ਕਿਉਂ ਜ਼ਹਿਰ ਘੋਲ ਕੇ ਪਿਆਰਿਆ? ਕਿਉਂਕਿ ਮੈਂ ਆਪਣੇ ਘਰ ਦੇ ਵਿੱਚ ਆ ਦਮੜੇ ਜਿਹੜੇ ਨੇ ਇਹ ਭਰਨਾ ਹੈ। ਜਿੰਨਾ ਨਸ਼ਾ ਅੱਜ ਵੰਡਿਆ ਜਾ ਰਿਹਾ ਹੈ ਇਹ ਸਾਰਾ ਕੁਝ ਖਤਮ ਨਾ ਹੋ ਜਾਏ। ਜੇ ਬੰਦਿਆਂ ਨੂੰ ਸਮਝ ਆ ਜਾਏ ਕਿ ਕਿਸੇ ਦੇ ਪਰਿਵਾਰ ਦੇ ਬੱਚਿਆਂ ਦੀ ਜ਼ਿੰਦਗੀ ਮੈਂ ਬਰਬਾਦ ਕਰ ਰਿਹਾ,
ਨਸ਼ਾ ਵੰਡ ਰਹੇ ਹਾਂ, ਕਿੰਨੇ ਸਾਡੇ ਨੌਜਵਾਨ ਧੀਆਂ ਪੁੱਤਰ ਇਹਦੇ ਵਿੱਚ ਬਰਬਾਦ ਹੋ ਗਏ, ਖੋਖਲੇ ਹੋ ਗਏ, ਮੌਤ ਦੇ ਘਾਟ ਉਤਰ ਗਏ, ਕੱਖ ਨਹੀਂ ਰਿਹਾ, ਘਰਾਂ ਦੇ ਘਰ ਵਿਕ ਗਏ, ਘਰਾਂ ਦੇ ਘਰ, ਪਰਿਵਾਰਾਂ ਦੇ ਪਰਿਵਾਰ ਜਿਹੜੇ ਸੀ ਉਹ ਉਜੜ ਗਏ। ਪਰ ਜਿਹੜਾ ਇਹ ਸਭ ਕੁਝ ਕਰਨ ਕਰਾਉਣ ਵਾਲਾ, ਜੇ ਉਹਨੂੰ ਸਮਝ ਆ ਜਾਏ ਕਿ ਮੈਂ ਦੁਨੀਆ ਤੋਂ ਕੀ ਖੱਟ ਕੇ ਲੈ ਜਾਣਾ, ਮੈਂ ਦੁਨੀਆ ਦੇ ਵਿੱਚ ਕੀ ਲੈ ਕੇ ਆਇਆ ਤੇ ਕੀ ਦੁਨੀਆ ਤੋਂ ਖੱਟ ਕੇ, ਜਾਂ ਮੇਰੇ ਤੋਂ ਪਹਿਲਾਂ ਜਿਹੜੇ ਆਏ ਉਹ ਕਿੰਨਾ ਕੁ ਲੈ ਗਏ। ਬੜੇ ਬੜੇ ਮਾਣਧਾਰੀ ਆਏ, ਬੜੇ ਬੜੇ ਹੰਕਾਰੀ ਦੁਨੀਆ ਵਿੱਚ ਆਏ, ਕੀ ਲੈ ਗਏ ਆਪਣੇ ਨਾਲ ਦੁਨੀਆ। ਅਸੀਂ ਨਿਤ ਵੇਖਦੇ ਹੀ ਹਾਂ, ਦੁਨੀਆ ਆ ਵੀ ਰਹੀ ਹੈ, ਦੁਨੀਆ ਜਾ ਵੀ ਰਹੀ ਹੈ, ਤੇ ਜਿਹੜਾ ਆ ਰਿਹਾ ਉਹ ਆਪਣੇ ਨਾਲ ਕੀ ਲੈ ਕੇ ਆ ਰਿਹਾ, ਤੇ ਜਿਹੜਾ ਦੁਨੀਆ ਤੋਂ ਜਾ ਰਿਹਾ ਉਹ ਕੀ ਲੈ ਕੇ ਜਾ ਰਿਹਾ। ਜੇ ਆਪਾਂ ਨੂੰ ਦੁਨੀਆ ਨੂੰ ਵੇਖ ਕੇ ਵੀ ਸਮਝ ਨਾ ਆਈ ਤੇ ਫਿਰ ਸਾਨੂੰ ਸਮਝ ਕਦੋਂ ਆਏਗੀ। ਰਾਤ ਜ਼ਿਕਰ ਕੀਤਾ ਸੀ ਕਿ ਸਾਨੂੰ ਮਨੁੱਖ ਮਨ ਦੇ ਤਲ ਤੇ ਜਿਉਣ ਲਈ ਆਖਿਆ। ਜੇ ਸਾਨੂੰ ਮਨ ਦੇ ਤਲ ਤੇ ਗੱਲਾਂ ਸਮਝ ਨਾ ਆਈਆਂ, ਫਿਰ ਸਾਡੇ ਵਿੱਚ ਤੇ ਪਸ਼ੂ ਵਿੱਚ ਕੀ ਫਰਕ ਹੈ, ਸਾਡੇ ਵਿੱਚ ਤੇ ਜਾਨਵਰ ਵਿੱਚ ਕੀ ਫਰਕ ਹੈ। ਜਾਨਵਰ ਨੂੰ ਵੀ ਸਮਝ ਨਹੀਂ ਆ ਰਹੀ, ਸਾਨੂੰ ਵੀ ਨਹੀਂ ਆ ਰਹੀ, ਪਸ਼ੂ ਨੂੰ ਵੀ ਨਹੀਂ ਆ ਰਹੀ, ਸਾਨੂੰ ਵੀ, ਫਿਰ ਸਾਡੇ 'ਚ ਤੇ ਉਹਦੇ 'ਚ ਕੀ ਫਰਕ ਹੈ। ਇਸ ਲਈ ਕਹਿ ਰਹੇ ਨੇ, ਕਹਿਣ ਲੱਗੇ ਮੈਂ ਜੋ ਵੇਖਿਆ, ਕਬੀਰ ਜੀ ਕਹਿੰਦੇ ਜੋ ਮੈਂ ਕਬੀਰ ਜੀ ਕਿਰਤ ਕਰਦੇ ਨੇ, ਕੱਪੜਾ ਤਿਆਰ ਕਰਦੇ ਨੇ, ਖੱਡੀ ਜਿਹੜੀ ਆ ਉਹ ਚਲਾ ਕੇ, ਤੇ ਜੋ ਜਦੋਂ ਜਾਂਦੇ ਨੇ ਤੇ ਜੇ ਕੋਈ ਲੋੜਵੰਦ ਆ ਜਾਂਦਾ ਤੇ ਉਹਨੂੰ ਉਸੇ ਤਰ੍ਹਾਂ ਹੀ ਕੱਪੜਾ ਦੇ ਕੇ ਆ ਜਾਂਦੇ। ਘਰ ਦੇ ਵਿੱਚ ਮਾਤਾ ਜੀ ਕਹਿੰਦੇ ਨੇ, ਕਬੀਰ ਪੁੱਤਰ ਤੂੰ ਕੱਪੜਾ ਤਿਆਰ ਕੀਤਾ ਸੀ, ਵੇਚਣ ਲਈ ਗਿਆ, ਕੁਝ ਦੋ ਦਮੜੇ ਘਰ ਲੈ ਕੇ ਆਉਣੇ ਸੀ, ਘਰ ਦਾ ਗੁਜ਼ਾਰਾ ਹੋਣਾ ਸੀ, ਪਰ ਤੂੰ ਤਾਂ ਉਹ ਵੀ ਕਿਸੇ ਨੂੰ ਵੰਡ ਕੇ ਆ ਗਿਆ, ਕੀ ਹੋਏਗਾ। ਉਹ ਕਹਿੰਦੇ ਚਿੰਤਾ ਨਾ ਕਰੋ, ਜਿਹਨੇ ਪੈਦਾ ਕੀਤਾ ਉਹ ਸੰਭਾਲੇਗਾ। ਜਿੱਦਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਾਨੀ ਜੀ ਨੇ ਲਾਹੌਰ ਤੋਂ ਬੱਸ ਲੈ ਕੇ ਆਏ ਤੇ ਘੁਗਣੀਆਂ ਤੇ ਛੋਲੇ ਉਬਾਲ ਕੇ ਦਿੱਤੇ ਸੀ, ਉਹ ਛਾਬੇ ਵਿੱਚ ਟੋਕਰੇ ਵਿੱਚ ਰੱਖ ਕੇ ਤੇ ਸਿਰ ਤੇ ਝੁਕਾ ਕੇ ਆਖਿਆ, ਪੁੱਤਰ ਮੈਂ ਹੋਰ ਕੁਝ ਨਹੀਂ ਕਰ ਸਕਦੀ, ਤੂੰ ਰੋਜ਼ ਜਾ ਕੇ ਇਹ ਛੋਲੇ ਵੇਚ ਕੇ ਆਇਆ ਕਰ, ਜੋ ਪੈਸੇ ਵੱਟ ਕੇ ਲਿਆਏਗਾ ਘਰ ਆਟਾ ਆ ਜਾਏਗਾ, ਦਾਲ ਆ ਜਾਏਗੀ, ਘਰ 2 ਵਕਤ ਦੀ ਰੋਟੀ ਆਪਾਂ ਬੈਠ ਕੇ ਖਾ ਲਿਆ ਕਰਾਂਗੇ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਭਾਈ ਜੇਠਾ ਜੀ ਦੇ ਰੂਪ ਵਿੱਚ ਸਨ, ਕਈ ਵਾਰੀ ਕੋਈ ਲੋੜਵੰਦ ਆਉਣਾ, ਕੋਈ ਭੁੱਖਣ ਭਾਣਾ ਆਉਣਾ, ਤੇ ਕਈ ਵਾਰੀ ਉਹਨੂੰ ਬਿਨਾਂ ਪੈਸੇ ਦੇ ਹੀ ਛੋਲੇ ਖਵਾ ਕੇ ਆ ਜਾਣੇ। ਇੱਕ ਦਿਨ ਖਾਲੀ ਛਾਬਾ ਲੈ ਕੇ ਵਾਪਸ ਆ ਗਏ ਤੇ ਨਾਨੀ ਮਾਂ ਨੇ ਵੇਖਿਆ ਵੀ ਅੱਜ ਪੁੱਤਰ ਟਾਈਮ ਸਿਰ ਹੀ ਵਾਪਸ ਆ ਗਿਆ, ਲੱਗਦਾ ਅੱਜ 4 ਪੈਸੇ ਵੱਟ ਕੇ ਆਇਆ। 4 ਪੈਸੇ ਵੱਟ ਕੇ ਲੈ ਕੇ ਆਇਆ ਤੇ ਆਉਂਦਿਆਂ ਸਾਰ ਹੀ ਪੁੱਛਿਆ ਨਾਨੀ ਮਾਂ ਨੇ ਕਿ ਪੁੱਤਰ ਅੱਜ ਤਾਂ ਸਮੇਂ ਸਿਰ ਹੀ ਆ ਗਿਆ, ਛਾਬਾ ਵੀ ਖਾਲੀ ਹੈ, ਸਾਰੇ ਛੋਲੇ ਘੁਗਣੀਆਂ ਵਿਕ ਗਈਆਂ, ਪੈਸੇ ਅੱਜ 4 ਵੱਟ ਕੇ ਲਿਆਇਆ। ਕਹਿਣ ਲੱਗੇ ਮਾਤਾ ਜੀ ਅੱਜ ਪੈਸੇ ਬਾਹਰ ਦੇ ਤੇ ਵੱਟ ਕੇ ਨਹੀਂ ਲਿਆਇਆ, ਪਰ ਅੱਜ ਮੈਂ ਸੱਚਾ ਧਨ ਜ਼ਰੂਰ ਵੱਟ ਕੇ ਲਿਆਇਆ। ਸਾਡੀ ਹਾਲਤ ਪਤਾ ਕੀ ਹੈ, ਘਰ ਦੇ ਵਿੱਚ ਕਈ ਵਾਰ ਅਸੀਂ ਸਮਾਜ ਵਿੱਚ ਰਹਿੰਦੇ ਹਾਂ, ਬਹੁਤ ਐਸੇ ਪ੍ਰਾਣੀ ਮਿਲਦੇ, ਉਹ ਕਹਿੰਦੇ ਅਸੀਂ ਗੁਰੂ ਘਰ ਜਾਂਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਤੇ ਅੱਗੋਂ ਫਿਰ ਪਰਿਵਾਰ ਵਾਲੇ ਉਹਨਾਂ ਨੂੰ ਕੀ ਕਹਿੰਦੇ ਆ, ਉਹਨੂੰ ਕਹਿੰਦੇ ਵੀ ਤੂੰ ਬਾਣੀ ਪੜ੍ਹਦਾ ਹੈ, ਸੇਵਾ ਕਰਦਾ ਹੈ, ਇਹਦੇ ਨਾਲ ਘਰ ਰੋਟੀ ਨਹੀਂ ਮਿਲਣੀ, ਇਹਦੇ ਨਾਲ ਪੇਟ ਨਹੀਂ ਭਰਨਾ। ਉਹ ਸਗੋਂ ਤੋੜਦੇ ਨੇ, ਜੋੜਦੇ ਨਹੀਂ, ਸਗੋਂ ਤੋੜਦੇ ਨੇ। ਤੇ ਜੇ ਨਾਨੀ ਵੀ ਕਹਿ ਦਿੰਦੀ ਕਿ ਇਦਾਂ ਵੰਡਣ ਲੱਗ ਗਿਆ ਤੇ ਘਰ ਦਾ ਗੁਜ਼ਾਰਾ ਕਿਵੇਂ ਹੋਏਗਾ। ਪਰ ਨਾਨੀ ਮਾਂ ਨੇ ਇਹ ਨਹੀਂ ਕਿਹਾ। ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਨੂੰ ਸੀਨੇ ਨਾਲ ਲਾ ਕੇ ਆਖਿਆ, ਪੁੱਤਰ ਵਾਹਿਗੁਰੂ ਭਲੀ ਕਰਨਗੇ। ਤੇ ਉਸ ਮਾਲਕ ਅੱਗੇ ਅਰਦਾਸ ਕੀਤੀ, ਮੇਰੇ ਮਾਲਕਾ ਜੇ ਮੇਰੇ ਪੁੱਤਰ ਦਾ ਦਿਲ ਇੰਨਾ ਵੱਡਾ ਦਿੱਤਾ ਤੇ ਇਹਦਾ ਖੀਸਾ ਵੀ ਇੰਨਾ ਵੱਡਾ ਕਰ ਦੇ ਕਿ ਜਿਹੜਾ ਵੀ ਲੋੜਵੰਦ ਮੇਰੇ ਪੁੱਤਰ ਦੇ ਦਰ ਤੇ ਆਵੇ ਉਹ ਕਦੇ ਖਾਲੀ ਨਾ ਜਾਵੇ। ਇਹ ਅਰਦਾਸ ਸੀ ਨਾਨੀ ਮਾਂ ਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਿ ਮੇਰੇ ਪੁੱਤਰ ਦਾ ਦਿਲ ਇੰਨਾ ਵੱਡਾ ਤੇ ਉਹਦਾ ਖੀਸਾ ਵੀ ਇੰਨਾ ਵੱਡਾ ਹੋਵੇ। ਤੇ ਅੱਜ ਦੇਖ ਲਓ ਖੀਸਾ ਕਿੰਨਾ ਵੱਡਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰ ਘਰ ਕਿੰਨਾ ਵੱਡਾ ਹੈ। ਸਾਰਾ ਸੰਸਾਰ, ਸਾਰੀ ਦੁਨੀਆ ਵੀ ਆ ਜਾਏ ਤਾਂ ਵੀ ਕੋਈ ਖਾਲੀ ਨਹੀਂ ਜਾਏਗਾ, ਕਿਉਂਕਿ ਉੱਥੇ ਬਰਕਤ ਹੈ।
ਜੋ ਸੀ ਉਹਨੂੰ ਵੰਡਿਆ ਤੇ ਉਹਦੇ ਵਿੱਚ ਬਰਕਤ ਆ ਗਈ, ਉਹ ਵੱਧਦਾ ਤੇ ਫੁੱਲਦਾ ਹੀ ਗਿਆ। ਕਬੀਰ ਜੀ ਨੇ ਇਹ ਗੱਲ ਜੇ ਕਹੀ ਹੈ ਤੇ ਉਹਨਾਂ ਨੇ ਆਪਣੇ ਜੀਵਨ ਵਿੱਚ ਹੰਢਾਇਆ। ਜੋ ਉਹਨਾਂ ਨੇ ਕਿਰਤ ਕਰਕੇ ਕੱਪੜਾ ਤਿਆਰ ਕਰਨਾ ਤੇ ਜੇ ਕੋਈ ਲੋੜਵੰਦ ਦਿਸਦਾ ਤੇ ਉਹਨੂੰ ਦੇ ਕੇ ਆ ਜਾਣਾ। ਕਿਉਂਕਿ ਕਬੀਰ ਜੀ ਆਪ ਕਹਿ ਰਹੇ ਨੇ, ਕਹਿਣ ਲੱਗੇ ਵੀ ਚਲਤੀ ਬਾਰ ਨਾ ਕੱਛ ਮਿਲਿਓ। ਜਦੋਂ ਦੁਨੀਆ ਤੋਂ ਚੱਲਣਾ ਤੇ ਕੁਝ ਵੀ ਨਹੀਂ ਮਿਲਣਾ, ਸਰੀਰ ਵੀ ਇੱਥੇ ਖਾਕ ਹੋ ਜਾਣਾ, ਰਾਖ ਹੋ ਜਾਣਾ। ਲਈ ਲੰਗੋਟੀ ਤੋਰ, ਜਿਹਨੂੰ ਜੋਰ ਜੋਰ ਕੇ ਰੱਖਦੇ ਆ ਨਾ, ਉਹ ਅਖੀਰ ਵੇਲੇ ਤੇਰੇ ਤੋਂ ਲਾਹ ਲਿਆ ਜਾਣਾ। ਉਸ ਰੱਸੀ ਨੂੰ, ਉਸ ਤੜਾਗੀ ਨੂੰ ਤੇਰੇ ਲੱਕ ਤੋਂ ਤੋੜ ਲਿਆ ਜਾਣਾ। ਤੇਰੇ ਨਾਲ ਪੱਲੇ ਕੁਝ ਵੀ ਨਹੀਂ ਰਹਿਣਾ। ਇਸ ਲਈ ਬੰਦਿਆ ਤੂੰ ਇਸ ਪਾਸੇ ਨੂੰ ਧਿਆਨ ਨਾ ਦੇ, ਤੂੰ ਇਹ ਧਿਆਨ ਦੇ ਵੀ ਮੈਂ ਨਾਮ ਦਾ ਧਨ ਇਕੱਠਾ ਕਰਨਾ ਹੈ, ਮੈਂ ਉਹਦੇ ਨਾਮ ਦੀ ਕਮਾਈ ਕਰਨੀ ਹੈ, ਜਿਸ ਲਈ ਮੈਂ ਇਸ ਦੁਨੀਆ ਵਿੱਚ ਆਇਆ ਹਾਂ। ਕਬੀਰ ਬੈਸਨੋ ਹੁਆ ਤਾਂ ਕਿਆ ਪਿਆ, ਮਾਲਾ ਮੇਲੀ ਚਾਰ। ਕਬੀਰ ਜੀ ਹੁਣ ਉਸ ਸਾਧੂ ਨੂੰ ਸਮਝਾਉਂਦੇ ਨੇ ਜਿਹੜਾ ਕਹਿੰਦਾ ਮੈਂ ਵੈਸ਼ਨੋ ਹਾਂ, ਮੈਂ ਉਸ ਰੱਬ ਦਾ ਪੁਜਾਰੀ ਹਾਂ। ਕਬੀਰ ਜੀ ਕਹਿੰਦੇ ਨੇ ਕਿ ਤੂੰ ਵੈਸ਼ਨੋ ਤਾਂ ਹੋ ਗਿਆ, ਭਾਵ ਧਰਮ ਦਾ ਭੇਖ ਵੀ ਤੂੰ ਬਣਾ ਲਿਆ। ਤੂੰ ਗਲ ਵਿੱਚ 4 ਮਾਲਾ ਜਿਹੜੀਆਂ ਸੀ 4 ਪ੍ਰਕਾਰ ਦੀਆਂ ਉਹ ਵੀ ਪਾ ਲਈਆਂ, ਪਰ ਸਿਰਫ ਤਨ ਤੇ ਧਰਮ ਦਾ ਭੇਖ ਬਣਾਉਣ ਨਾਲ, ਹੱਥ ਵਿੱਚ ਜਾਂ ਗਲ ਵਿੱਚ ਮਾਲਾ ਪਾਉਣ ਦੇ ਨਾਲ ਕੋਈ ਵੈਸ਼ਨੋ ਨਹੀਂ ਬਣ ਜਾਂਦਾ। ਸਤਿਗੁਰੂ ਮਹਾਰਾਜ ਜੀ ਬਾਣੀ ਵਿੱਚ ਸਮਝਾਉਂਦੇ ਨੇ ਸਾਨੂੰ। ਪਹਿਲੇ ਕਬੀਰ ਜੀ ਦੇ ਇਸ ਬਚਨ ਨੂੰ ਸਮਝ ਲਈਏ। ਕਬੀਰ ਜੀ ਕਹਿੰਦੇ ਕਬੀਰ ਵੈਸ਼ਨੋ ਹੁਆ ਤਾਂ ਕਿਆ ਭਇਆ। ਜੇ ਤੂੰ ਵੈਸ਼ਨੂ ਬਣ ਗਿਆ ਤੇ ਕੀ ਬਹੁਤ ਮਹਾਨ ਹੋ ਗਿਆ, ਤੂੰ ਬਹੁਤ ਵੱਡਾ ਹੋ ਗਿਆ। ਮਾਲਾ ਮੇਲੀ ਚਾਰ, ਤੂੰ 4 ਪ੍ਰਕਾਰ ਦੀ ਮਾਲਾ ਵੀ ਆਪਣੇ ਗਲ ਵਿੱਚ ਪਾ ਲਈ ਤੇ ਲੋਕ ਕਹਿਣ ਵੀ ਬੜਾ ਵੱਡਾ ਇਹ ਰੱਬ ਦਾ ਭਗਤ ਹੈ, ਇਹ ਬਹੁਤ ਵੱਡਾ ਰੱਬ ਦਾ ਪਿਆਰਾ। ਤੇ ਜਦੋਂ ਗੱਲ ਮਾਲਾ ਦੀ ਆਉਂਦੀ ਹੈ ਨਾ ਤੇ ਮਨਾਂ ਵਿੱਚੋਂ ਭੁਲੇਖੇ ਕੱਢਣ ਦਾ ਯਤਨ ਕੀਤਾ ਜਾਂਦਾ ਹੈ ਗੁਰੂ ਸਾਹਿਬ ਦੀ ਮੱਤ ਲੈ ਕੇ, ਕਿਉਂਕਿ ਕਬੀਰ ਜੀ ਨੇ ਸ਼ਲੋਕ ਦੀ ਸ਼ੁਰੂਆਤ ਹੀ ਮਾਲਾ ਤੋਂ ਕੀਤੀ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਤੇ ਉਹਨਾਂ ਨੇ ਜ਼ਿਕਰ ਵੀ ਕੀਤਾ ਹੈ, ਕਹਿਣ ਲੱਗੇ ਜਿਹੜੇ ਹੱਥ ਵਿੱਚ ਮਾਲਾ ਭਾਵ ਧਰਮ ਦਾ ਭੇਖ ਬਾਹਰੋਂ ਬਣਾ ਕੇ ਬੈਠੇ ਨੇ, ਅਸਲ ਦੇ ਵਿੱਚ ਇਹ ਰੱਬ ਨਾਲ ਜੁੜੇ ਨਹੀਂ ਹੁੰਦੇ, ਇਹ ਤੇ ਰੱਬ ਨਾਲ ਖਿਡਵਾੜ ਕਰਦੇ ਨੇ, ਇਹ ਤੇ ਰੱਬ ਨੂੰ ਖਿਡਾਉਣਾ ਸਮਝਦੇ ਨੇ। ਮਾਥੈ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋਣਾ ਜਾਣਾ। ਪਰ ਉਹ ਖਿਡਾਉਣਾ ਨਹੀਂ ਹੈ ਵੀ ਜਿੱਦਾਂ ਮਰਜ਼ੀ ਉਹਨੂੰ ਚੁੱਕ ਕੇ ਉਹਦੇ ਨਾਲ ਖੇਡਣ ਲੱਗ ਜਾਈਏ। ਅਸੀਂ ਤੇ ਉਹਦੇ ਹੱਥ ਦੀਆਂ ਕਟਪੁਤਲੀਆਂ, ਉਹ ਖੇਡ ਖਿਡਾ ਰਿਹਾ, ਅਸੀਂ ਖੇਡ ਰਹੇ ਹਾਂ। ਅਸੀਂ ਉਹਨੂੰ ਨਹੀਂ ਖਿਡਾ ਸਕਦੇ, ਅਸੀਂ ਉਹਦੇ ਹੁਕਮ ਵਿੱਚ ਖੇਡ ਰਹੇ ਹਾਂ। ਇਸ ਲਈ ਅਸੀਂ ਕੀ ਕੀਤਾ, ਅਸੀਂ ਗੁਰਬਾਣੀ ਨੂੰ ਕੱਟਣ ਵਾਸਤੇ ਅਸੀਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਬਣਾ ਕੇ ਸਿਰ ਤੇ ਵੀ ਮਾਲਾ ਪਹਿਨਾਤੀ ਤੇ ਗਲ ਵਿੱਚ ਵੀ, ਤੇ ਅਸੀਂ ਕੱਲ ਨੂੰ ਕਹਿ ਸਕਾਂਗੇ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਤੇ ਮਾਲਾ ਪਾਈ ਹੋਈ ਹੈ। ਇਹ ਕਿਉਂ ਕੀਤਾ ਗਿਆ? ਸਾਨੂੰ ਗੁਰਬਾਣੀ ਦੀ ਸੱਚਾਈ ਤੋਂ ਦੂਰ ਕਰਨ ਵਾਸਤੇ, ਕਿ ਕੱਲ ਨੂੰ ਕੋਈ ਆਖੇ ਵੀ ਇਹ ਮਾਲਾ ਦੀ ਗੱਲ ਕਰਦੇ ਹੋ, ਗੁਰੂ ਨਾਨਕ ਸਾਹਿਬ ਨੇ ਵੀ ਤੇ ਪਾਈ ਹੋਈ, ਅਸੀਂ ਸਿਰ ਤੇ ਵੀ ਮਾਲਾ ਪਾ ਦਿੱਤੀ, ਅਸੀਂ ਗਲ ਵਿੱਚ ਵੀ ਗੁਰੂ ਨਾਨਕ ਸਾਹਿਬ ਦੇ ਮਾਲਾ ਪਾ ਦਿੱਤੀ, ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਵੀ ਪਕੜਾ ਦਿੱਤੀ, ਪਰ ਜਿਹਨੇ ਬਣਾਈ ਸੀ ਉਹਨੂੰ ਤੁਸੀਂ ਜਾ ਕੇ ਪੁੱਛੋ ਕਿ ਤੂੰ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ? ਤੂੰ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ ਕਿ ਉਹਨਾਂ ਨੇ ਵਾਕਈ ਇੰਨੀਆਂ ਮਾਲਾ ਪਾਈਆਂ? ਜੋ ਗੁਰਬਾਣੀ ਵਿੱਚ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਨੇ, ਉਹ ਆਪ ਕਿਵੇਂ ਉਸ ਰਾਹ ਤੁਰ ਸਕਦੇ ਆ? ਗੱਲ ਇਹ ਸਮਝਣ ਵਾਲੀ ਹੈ। ਇਸ ਲਈ ਕਬੀਰ ਜੀ ਕਹਿੰਦੇ ਤੂੰ ਵੈਸ਼ਨੋ ਹੋ ਗਿਆ ਤੇ ਕੀ ਹੋ ਗਿਆ? ਬਹੁਤ ਮਹਾਨ ਹੋ ਗਿਆ, ਬਹੁਤ ਵੱਡਾ ਹੋ ਗਿਆ। ਜੇ ਧਰਮ ਦਾ ਭੇਖ ਬਣਾ ਲਿਆ ਕਿ ਤੂੰ ਬਹੁਤ ਵੱਡਾ ਹੋ ਗਿਆ। ਮਾਲਾ ਮੇਲੀ ਚਾਰ, 4 ਪ੍ਰਕਾਰ ਦੀ ਮਾਲਾ ਤੂੰ ਆਪਣੇ ਗਲ ਵਿੱਚ ਜੇ ਪਾ ਲਈ ਤਾਂ ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਗਾਰ। ਕਬੀਰ ਜੀ ਕਹਿੰਦੇ ਬਾਹਰ ਕੰਚਨ ਬਾਹਰਾ, ਬਾਹਰੋਂ ਤੂੰ ਸੋਨੇ ਵਾਂਗੂ ਚਮਕ ਗਿਆ। ਸੋਨਾ ਬਾਹਰਾ ਦਾ ਅਰਥ ਕੀ ਹੁੰਦਾ ਹੈ?
ਜਿਸ ਸੋਨੇ ਨੂੰ 12 ਵਾਰੀ ਅਗਨੀ ਵਿੱਚ ਤਪਾ ਕੇ ਖਰਾ ਕੀਤਾ ਜਾਂਦਾ ਹੈ ਵੀ ਇਹ ਸ਼ੁੱਧ ਸੋਨਾ ਹੈ, ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਕਿਸੇ ਪ੍ਰਕਾਰ ਦੀ, ਉਹਨੂੰ ਕਹਿੰਦੇ ਆ ਕੰਚਨ ਬਾਹਰਾ। ਵੀ ਇਹਨੂੰ 12 ਵਾਰੀ ਅੱਗ ਵਿੱਚ ਤਪਾ ਕੇ ਸ਼ੁੱਧ ਕੀਤਾ ਗਿਆ। ਕਹਿੰਦੇ ਤੂੰ ਬਾਹਰੋਂ ਵੈਸ਼ਨੋ ਹੋ ਗਿਆ, ਧਰਮ ਦਾ ਭੇਖ ਬਣਾ ਲਿਆ, ਹੱਥ ਵਿੱਚ ਮਾਲਾ, ਗਲ ਵਿੱਚ ਮਾਲਾ ਪਾ ਲਈ, ਤੇ ਕੀ ਹੋਇਆ? ਤੂੰ ਬਾਹਰੋਂ ਭਾਵੇਂ ਸ਼ੁੱਧ ਸੋਨੇ ਵਾਂਗੂ ਦਿਸਦਾ ਹੋਵੇਂ ਕਿ ਇਹ ਬੜਾ ਸ਼ੁੱਧ ਹੈ, ਬੜਾ ਪਵਿੱਤਰ ਹੈ, ਇਹਦੇ ਵਿੱਚ ਕਿਸੇ ਪ੍ਰਕਾਰ ਦੀ ਖੋਟ ਨਹੀਂ ਹੈ, ਮੈਲ ਨਹੀਂ ਹੈ। ਕਬੀਰ ਜੀ ਕਹਿੰਦੇ ਇਹ ਭੁਲੇਖਾ ਦੁਨੀਆ ਨੂੰ ਪਾ ਸਕਦਾ, ਮੈਨੂੰ ਨਹੀਂ ਪਾ ਸਕਦਾ। ਤੂੰ ਦੁਨੀਆ ਨੂੰ ਧਰਮ ਦਾ ਭੇਖ ਬਣਾ ਕੇ ਵੈਸ਼ਨੋ ਬਣ ਕੇ ਲੁੱਟ ਸਕਦਾ ਹੈ, ਪਰ ਕਬੀਰ ਜੀ ਕਹਿੰਦੇ ਮੈਨੂੰ ਨਹੀਂ ਲੁੱਟ ਸਕਦਾ। ਕਿਉਂ? ਕਿਉਂਕਿ ਮੈਂ ਬਾਹਰ ਦਾ ਭੇਖ ਨਹੀਂ, ਮੈਂ ਤਾਂ ਤੇਰੇ ਅੰਦਰ ਦਾ ਭੇਖ ਵੇਖ ਰਿਹਾ। ਤੂੰ ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਬਾਹਰ ਕੰਚਨ ਬਾਹਰਾ, ਭੀਤਰ ਭਰੀ ਪੰਘਾਰ। ਭੀਤਰ ਤਾਂ ਤੇਰੇ ਕਹਿੰਦੇ ਸਵਾਹ ਭਰੀ ਪਈ ਹੈ, ਅੰਦਰ ਤਾਂ ਤੇਰੇ ਕਾਲਖ ਭਰੀ ਪਈ ਹੈ, ਅੰਦਰ ਤਾਂ ਤੇਰੇ ਵਿਕਾਰ ਭਰੇ ਪਏ ਨੇ, ਤੇ ਬਾਹਰੋਂ ਤੂੰ ਗਲ ਵਿੱਚ ਮਾਲਾ ਪਾ ਕੇ ਤੇ ਤੂੰ ਕਹਿੰਦਾ ਮੈਂ ਬਹੁਤ ਵੱਡਾ ਵੈਸ਼ਨੋ ਹੋ ਗਿਆ। ਇਸ ਲਈ ਕਹਿੰਦੇ ਤੇਰੇ ਅੰਦਰ ਮੈਂ ਵੇਖ ਰਿਹਾ, ਤੇਰੇ ਅੰਦਰ ਤਾਂ ਜਿਹੜੀ ਹੈ ਉਹ ਸਵਾਹ ਭਰੀ ਪਈ, ਵਿਕਾਰ ਅੰਦਰ ਜਿਹੜੇ ਨੇ ਉਹ ਤੇਰੇ ਅੰਦਰ ਭਰੇ ਪਏ ਨੇ। ਅੰਦਰ ਤਾਂ ਤੂੰ ਖਰਾ ਨਹੀਂ, ਅੰਦਰੋਂ ਤੂੰ ਖੋਟਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ। ਸਾਹਿਬ ਜੀ ਕਹਿੰਦੇ ਨੇ ਤੇਰੀ ਹਾਲਤ ਪਤਾ ਕੀ ਹੈ? ਅੰਤਰ ਅਗਨ ਬਾਹਰ ਤਨ ਸੁਆ। ਤੇਰੇ ਅੰਦਰ ਵਿਕਾਰਾਂ ਦੀ ਅਗਨੀ ਬਲਦੀ ਪਈ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ ਦੀ ਅੱਗ ਅੰਦਰ ਬਲਦੀ ਹੈ, ਤੇ ਬਾਹਰ ਤੂੰ ਸੁਆਹ ਮਲ ਕੇ ਬੈਠਾ ਹੈ। ਬਾਹਰੋਂ ਭੂਤੀ ਮਲ ਕੇ ਬੈਠਾ ਵੀ ਮੇਰੇ ਵਰਗਾ ਰੱਬ ਦਾ ਪਿਆਰਾ ਕੋਈ ਹੈ ਹੀ ਨਹੀਂ, ਕੋਈ ਸਾਧੂ ਫਕੀਰ ਹੈ ਹੀ ਨਹੀਂ ਮੇਰੇ ਵਰਗਾ। ਬਾਹਰੋਂ ਭੂਤੀ ਮਲ ਕੇ ਬੈਠਾ, ਅੰਦਰ ਤੇਰੇ ਵਿਕਾਰਾਂ ਦੀ ਅਗਨੀ ਬਲਦੀ ਪਈ ਹੈ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ। ਬਾਹਰ ਤੂੰ ਗਿਆਨ ਦੀ ਗੱਲ ਕਰਦਾ ਹੈ, ਬਾਹਰੋਂ ਤੂੰ ਸਮਾਧੀ ਲਾ ਕੇ ਬਹਿਨਾ ਹੈ, ਬਾਹਰੋਂ ਤੂੰ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਬਣਾ ਕੇ ਬੈਠਾ ਹੈ। ਅੰਦਰ ਤੇਰੇ ਲੋਭ ਦਾ ਕੁੱਤਾ ਬੈਠਾ ਹੋਇਆ ਹੈ, ਅੰਦਰ ਤੇਰੇ ਲੋਭ ਦਾ ਕੁੱਕਰ ਜਿਹੜਾ ਹਰ ਵੇਲੇ ਅੰਦਰੋਂ ਭੌਂਕਦਾ ਰਹਿੰਦਾ ਹੈ, ਬੋਲਦਾ ਰਹਿੰਦਾ ਹੈ ਕਿ ਮੈਂ ਆ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਇਹਨੂੰ ਵੀ ਲੁੱਟ ਲਵਾਂ, ਉਹਨੂੰ ਵੀ ਲੁੱਟ ਲਵਾਂ, ਇਹਦੇ ਨਾਲ ਵੀ ਠੱਗੀ ਮਾਰ ਲਾਂ, ਉਹਦੇ ਨਾਲ ਵੀ ਠੱਗੀ ਮਾਰ ਲਾਂ। ਪਰ ਬਾਹਰੋਂ ਕੀ ਹੈ? ਗਿਆਨ ਧਿਆਨ ਇਸ਼ਨਾਨ। ਬਾਹਰੋਂ ਤੂੰ ਗਿਆਨੀ ਵੀ ਹੈ, ਬਾਹਰੋਂ ਤੂੰ ਧਿਆਨੀ ਵੀ ਹੈ, ਬਾਹਰੋਂ ਤੂੰ ਇਸ਼ਨਾਨੀ ਵੀ ਹੈ, ਪਰ ਅੰਦਰ ਕੀ ਹੈ? ਤੇਰੇ ਅੰਦਰ ਤਾਂ ਲੋਭ ਭਰਿਆ ਪਿਆ ਹੈ। ਇਸ ਲਈ ਬਾਹਰ ਦਾ ਗਿਆਨ ਧਿਆਨ ਇਸ਼ਨਾਨ ਕੀ ਕਰੇਗਾ? ਬਾਹਰ ਭੇਖ ਅੰਤਰ ਮਲ ਮਾਇਆ। ਅਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ। ਕਹਿੰਦੇ ਬਾਹਰ ਭੇਖ ਬਣਾ ਲਿਆ ਧਰਮੀ ਹੋਣ ਦਾ ਵੀ, ਮੈਂ ਬਹੁਤ ਵੱਡਾ ਧਰਮੀ ਆ, ਧਰਮ ਦਾ ਲਿਵਾਜ਼ ਪਾ ਕੇ ਬਹਿ ਗਿਆ, ਲੋਕ ਆਉਣ ਮੱਥਾ ਟੇਕਣ ਦੀ, ਇਹ ਤੇ ਬਹੁਤ ਵੱਡਾ ਧਰਮੀ ਹੈ, ਇਹ ਤੇ ਬਹੁਤ ਵੱਡਾ ਰੱਬ ਦਾ ਪਿਆਰਾ ਧਰਮੀ ਹੈ। ਪਰ ਕਹਿੰਦੇ ਬਾਹਰ ਭੇਖ, ਤੇਰਾ ਭੇਖ ਬਾਹਰ ਦਾ ਹੀ ਹੈ, ਅੰਤਰ ਤਾਂ ਮਾਇਆ ਦਾ ਲੇਪ ਲੱਗਾ ਪਿਆ ਹੈ, ਅੰਦਰ ਤਾਂ ਮਾਇਆ ਦਾ ਲੇਪ ਲੱਗਾ ਪਿਆ, ਮਲ ਮੈਲ ਭਰੀ ਪਈ ਹੈ ਤੇਰੇ ਅੰਦਰ, ਅੰਦਰ ਵਿਕਾਰ ਚੱਲਦੇ ਨੇ, ਤੇ ਬਾਹਰੋਂ ਤੂੰ ਖਰੇ ਸੋਨੇ ਵਾਂਗੂ ਖਰਾ ਹੋ ਕੇ ਬੈਠਾ ਹੈ। ਅੰਦਰ ਤੇਰੇ ਸ਼ੈਤਾਨ ਬੈਠਾ ਹੋਇਆ ਹੈ, ਤੇ ਬਾਹਰ ਤੂੰ ਸਾਧੂ ਬਣ ਕੇ ਬੈਠਾ ਹੈ। ਅੰਦਰ ਤੇਰੇ ਹੈਵਾਨ ਬੈਠਾ ਹੋਇਆ ਹੈ, ਤੇ ਬਾਹਰੋਂ ਤੂੰ ਭਗਤ ਬਣ ਕੇ ਬੈਠਾ ਹੋਇਆ ਹੈ। ਕਬੀਰ ਜੀ ਕਹਿੰਦੇ ਤੂੰ ਦੁਨੀਆ ਨੂੰ ਲੁੱਟ ਸਕਦਾ ਹੈ, ਤੂੰ ਮੈਨੂੰ ਨਹੀਂ ਲੁੱਟ ਸਕਦਾ। ਤੂੰ ਦੁਨੀਆ ਨੂੰ ਧੋਖਾ ਦੇ ਸਕਦਾ ਹੈ, ਮੈਨੂੰ ਨਹੀਂ ਦੇ ਸਕਦਾ। ਗੁਰੂ ਨਾਨਕ ਸਾਹਿਬ ਜੀ ਇਹੀ ਗੱਲ ਤਾਂ ਸਮਝਾਉਂਦੇ ਨੇ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਗਿਆਨ ਦਾ ਸੂਰਜ ਚੜ੍ਹਦਾ ਹੈ, ਤੇ ਜਿੰਨੇ ਵੀ ਕਰਮ ਕਾਂਢੀ ਨੇ, ਪਖੰਡੀ ਨੇ, ਇਹ ਸਾਰੇ ਤਾਰੇ ਅਲੋਪ ਹੋ ਜਾਂਦੇ ਨੇ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਆ ਜਿਹੜੇ ਪਖੰਡੀ ਤਾਰੇ ਸੀ ਨਾ, ਪਖੰਡ ਕਰਨ ਵਾਲੇ, ਧਰਮ ਦੇ ਨਾਮ ਤੇ ਲੋਕਾਂ ਨੂੰ ਲੁੱਟਣ ਵਾਲੇ, ਤਾਂ ਗੁਰੂ ਸਾਹਿਬ ਜੀ ਦੇ ਗਿਆਨ ਦਾ ਸੂਰਜ ਜਦੋਂ ਚੜ੍ਹਿਆ, ਇਹ ਤਾਰੇ ਸਾਰੇ ਹੀ ਅਲੋਪ ਹੋ ਗਏ, ਕਿਉਂਕਿ ਗੁਰੂ ਨਾਨਕ ਸਾਹਿਬ ਅੱਗੇ ਟਿਕ ਨਹੀਂ ਸਕੇ।
ਅੱਜ ਵੀ ਗੁਰਬਾਣੀ ਦੀ ਕਸਵੱਟੀ ਉੱਤੇ ਜਿੰਨੇ ਵੀ ਦੁਨੀਆ ਦੇ ਕਰਮ ਕਾਂਡ ਪਾਖੰਡ ਕਰਨ ਵਾਲੇ ਸੱਚ ਜਾਣਨਾ, ਅੱਜ ਵੀ ਗੁਰਬਾਣੀ ਦੀ ਕਸਵੱਟੀ ਤੇ ਉਹ ਟਿਕ ਨਹੀਂ ਸਕਦੇ। ਇਸੇ ਲਈ ਤਾਂ ਗੁਰਬਾਣੀ ਕੌੜੀ ਲੱਗਦੀ ਹੈ, ਗੁਰਬਾਣੀ ਸਮਝਣੀ ਔਖੀ ਲੱਗਦੀ ਹੈ। ਗੁਰਬਾਣੀ ਆਪਾਂ ਕਿਉਂ ਨਹੀਂ ਪੜ੍ਹਨਾ ਚਾਹੁੰਦੇ? ਕਿਉਂਕਿ ਪਤਾ ਹੈ ਗੁਰਬਾਣੀ ਸੱਚ ਬੋਲਦੀ ਹੈ। ਗੁਰਬਾਣੀ ਦੇ ਵਿੱਚ ਸੱਚ ਦੱਸਿਆ ਗਿਆ ਹੈ ਕਿ ਤੇ ਸੱਚ ਬੋਲਣਾ, ਸੱਚ ਸੁਣਨਾ ਬੜਾ ਔਖਾ ਹੈ। ਦੂਜਿਆਂ ਦਾ ਸੱਚ ਦੱਸਣਾ ਬੜਾ ਸੌਖਾ ਹੈ, ਪਰ ਆਪਣੀ ਜ਼ਿੰਦਗੀ ਦਾ ਸੱਚ ਸੁਣਨਾ ਤੇ ਬੋਲਣਾ ਬੜਾ ਔਖਾ ਹੈ। ਆਪਣੀ ਸੱਚਾਈ ਬਿਆਨ ਕਰਨੀ ਬੜੀ ਔਖੀ ਹੈ। ਤੇ ਗੁਰਬਾਣੀ ਜਦੋਂ ਪੜਾਂਗੇ ਤੇ ਗੁਰਬਾਣੀ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਨਾਲ ਆਏ ਤੇ ਵੇਖਿਆ ਇੱਕ ਸਾਧੂ ਬੈਠਾ ਹੋਇਆ, ਅੱਗੇ ਕਰ ਮੰਡਲ ਰੱਖਿਆ ਹੋਇਆ ਤੇ ਸਮਾਧੀ ਲਾ ਕੇ ਅੱਖਾਂ ਬੰਦ ਕਰਕੇ ਬੈਠਾ ਤੇ ਕਹਿੰਦਾ ਵੀ ਮੈਨੂੰ 3 ਲੋਕਾਂ ਦਾ ਗਿਆਨ ਹੈ, ਮੈਂ ਤਿਰਲੋਕੀ ਹਾਂ, ਮੈਨੂੰ 3 ਲੋਕਾਂ ਦਾ ਚਾਨਣ ਹੈ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਕਹਿਣ ਲੱਗੇ ਮਰਦਾਨਾ ਜੀ ਆ ਜਿਹੜਾ ਗੜਵਾ ਅੱਗੇ ਪਿਆ ਨਾ, ਇਹਨੂੰ ਚੁੱਕ ਕੇ ਇਹਦੇ ਪਿੱਛੇ ਹੀ ਰੱਖ ਦਿਓ। ਭਾਈ ਮਰਦਾਨਾ ਜੀ ਗਏ, ਜਾ ਕੇ ਗੜਵਾ ਚੁੱਕਿਆ ਤੇ ਉਹਦੇ ਪਿੱਛੇ ਰੱਖ ਦਿੱਤਾ। ਥੋੜੀ ਦੇਰ ਬਾਅਦ ਮਾੜੀ ਜੀ ਅੱਖ ਖੋਲ ਕੇ ਵੇ, ਜਿਵੇਂ ਬਗਲਾ ਹੁੰਦਾ ਨਾ, ਬਗਲ ਸਮਾਧੀ, ਬਗਲਾ ਇੱਕ ਪੈਰ ਤੇ ਪਾਣੀ ਵਿੱਚ ਖਲੋ ਕੇ ਅੱਖਾਂ ਮੀਟ ਲੈਂਦਾ ਤੇ ਥੋੜੀ ਦੇਰ ਬਾਅਦ ਅੱਖ ਖੋਲ ਕੇ ਵੇਖ ਲੈਂਦਾ ਕੋਈ ਡੱਡੀ ਮੱਛੀ ਤਾਂ ਨਹੀਂ ਆਈ। ਜਦੋਂ ਕੋਈ ਡੱਡੂ ਮੱਛੀ ਆਉਂਦੀ ਹੈ ਤੇ ਝਪਟਾ ਮਾਰ ਕੇ ਪਕੜ ਲੈਂਦਾ ਹੈ। ਇਸੇ ਤਰ੍ਹਾਂ ਇਹ ਬਗਲ ਸਮਾਧੀ ਲਾ ਕੇ ਬੈਠਾ। ਥੋੜੀ ਦੇਰ ਬਾਅਦ ਜਦੋਂ ਅੱਖ ਖੁੱਲੀ ਨਾ, ਅੱਗੇ ਗੜਵਾ ਦਿਸਿਆ ਨਹੀਂ, ਇੱਕਦਮ ਸਾਰੀਆਂ ਅੱਖਾਂ ਖੁੱਲ ਗਈਆਂ, ਅੱਗ ਬਬੂਲਾ ਹੋ ਗਿਆ। ਜਿਹੜਾ ਵੈਸ਼ਨੋ ਹੋਵੇ, ਰੱਬ ਦਾ ਪਿਆਰਾ ਹੋਵੇ, ਉਹਨੂੰ ਅੰਦਰੋਂ ਕ੍ਰੋਧ ਆ ਜਾਏ। ਕਿਉਂਕਿ ਗੁਰਬਾਣੀ ਵਿੱਚ ਤਾਂ ਸਮਝਾਇਆ ਵੀ ਜੇ ਤੂੰ ਵਾਕਈ ਵੈਸ਼ਨੋ ਬਣਨਾ, ਰੱਬ ਦਾ ਪਿਆਰਾ, ਤਾਂ 2 ਗੱਲਾਂ ਸਮਝ ਲਈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਔਰ ਇੱਕ ਦੀ ਪਰਿਭਾਸ਼ਾ ਡੈਫੀਨੇਸ਼ਨ ਦਿੱਤੀ ਗਈ ਹੈ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ। ਇਹਨਾਂ ਦੇ ਨਤੀਜੇ ਕੀ ਨਿਕਲਦੇ ਨੇ ਉਹ ਸਾਰਾ ਗੁਰਬਾਣੀ ਵਿੱਚ ਦੱਸਿਆ। ਜਦੋਂ ਇਹਨੇ ਅੱਖ ਖੋਲੀ ਤਾਂ ਅੱਗੇ ਗੜਵਾ ਨਾ ਦਿਸਿਆ ਤੇ ਅੱਗ ਬਬੂਲਾ, ਅੱਖਾਂ ਲਾਲ ਹੋ ਗਈਆਂ। ਕਹਿੰਦਾ ਕਿਸਨੇ ਹਮਸੇ ਮਸ਼ਕਰੀ ਕੀ ਹੈ, ਇਹ ਮਜ਼ਾਕ ਕਿਹਨੇ ਕੀਤਾ ਮੇਰੇ ਨਾਲ, ਗੜਵਾ ਕਿੱਥੇ? ਤੇ ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਭਲਿਆ ਤੂੰ ਆਪ ਹੀ ਤੇ ਕਹਿੰਦਾ ਮੈਂ ਤਿਰਲੋਕੀ ਹਾਂ, ਮੈਨੂੰ 3 ਲੋਕਾਂ ਦਾ ਗਿਆਨ ਹੈ, ਚਾਨਣ ਹੈ। ਤੇ ਜੇ 3 ਲੋਕਾਂ ਦਾ ਚਾਨਣ ਤੇਰੇ ਕੋਲ ਹੈ, ਰੋਸ਼ਨੀ, ਤਾਂ ਫਿਰ ਦੇਖ ਲੈ ਤੇਰਾ ਗੜਵਾ 3 ਲੋਕਾਂ 'ਚ ਕਿੱਥੇ ਪਿਆ। ਜਦੋਂ ਝੂਠ ਦਾ ਪਰਦਾ ਉੱਠਿਆ ਨਾ, ਸੱਚ ਸਾਹਮਣੇ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਮੰਦਾ ਬੋਲਣ ਲੱਗ ਪਿਆ। ਸਾਹਿਬ ਜੀ ਕਹਿੰਦੇ ਭਲਿਓ ਲੋਕੋ, ਇਹਦੇ ਚਰਨਾਂ 'ਚ ਆ ਕੇ ਤੁਸੀਂ ਬੈਠੇ ਹੋ, ਜਿਹਨੂੰ ਆਪਣੇ ਪਿੱਛੇ ਪਿਆ ਗੜਵਾ ਨਹੀਂ ਦਿਸਦਾ, ਉਹ ਤੁਹਾਡੇ ਬਾਰੇ ਕੀ ਦੱਸੇਗਾ। ਜਿਹਨੂੰ ਆਪਣਾ ਪਿੱਛੇ ਪਿਆ ਹੀ ਗੜਵਾ ਨਹੀਂ ਦਿਸਦਾ ਪਿਆ, ਉਹ ਤੁਹਾਨੂੰ ਕੀ ਗਿਆਨ ਦੇਗਾ ਤੇ ਤੁਹਾਨੂੰ ਕੀ ਦੱਸੇਗਾ। ਐਵੇਂ ਤੁਸੀਂ ਅਗਿਆਨਤਾ ਦੇ ਭਰਮ ਵਿੱਚ ਪਏ ਹੋ। ਬਾਹਰ ਦਾ ਭੇਖ ਨਾ ਵੇਖੋ, ਬਾਹਰ ਭੇਖ, ਅੰਤਰ ਮਲ ਮਾਇਆ। ਅੰਦਰ ਮਾਇਆ ਦੀ ਮੈਲ ਭਰੀ ਪਈ ਹੈ, ਵਿਕਾਰਾਂ ਦੀ ਮੈਲ ਭਰੀ ਪਈ ਹੈ, ਅੰਦਰ ਗੰਦਗੀ ਭਰੀ ਪਈ ਹੈ, ਪਰ ਬਾਹਰੋਂ ਭੇਖ ਧਰਮ ਦਾ ਬਣਾ ਕੇ ਕਹਿੰਦਾ ਮੈਂ ਤੇ ਸੋਨੇ ਵਾਂਗੂ ਖਰਾ। ਇਹੀ ਗੱਲ ਕਬੀਰ ਜੀ ਨੇ ਸਮਝਾਉਂਦਿਆਂ ਇਸ ਸ਼ਲੋਕ ਵਿੱਚ ਆਖਿਆ ਕਿ ਬਾਹਰ ਦੇ ਭੇਖ ਤੇ ਨਾ ਡੁੱਲ ਜਾਇਆ ਕਰੋ। ਜੇ ਬਾਹਰ ਦੇ ਭੇਖ ਤੇ ਡੁੱਲ ਗਏ, ਅੰਦਰ ਦਾ ਆਚਰਣ ਨਾ ਵੇਖਿਆ, ਜੀਵਨ ਨਾ ਵੇਖਿਆ, ਤਾਂ ਫਿਰ ਇਸ ਤਰ੍ਹਾਂ ਅਸੀਂ ਧਰਮ ਦੇ ਨਾਂ ਤੇ ਲੁੱਟੇ ਜਾਵਾਂਗੇ, ਲੁੱਟਦੇ ਰਹੇ ਹਾਂ, ਠੱਗੇ ਜਾਵਾਂਗੇ ਤੇ ਠੱਗਦੇ ਰਹੇ ਹਾਂ। ਇਹੋ ਜਿਹੇ ਲੋਕ ਫਿਰ ਲੁੱਟ ਕੇ ਲੈ ਜਾਂਦੇ ਨੇ। ਇਸ ਲਈ ਕਬੀਰ ਜੀ ਕਹਿੰਦੇ ਆ ਤੂੰ ਵੈਸ਼ਨੋ ਹੋ ਗਿਆ ਤੇ ਕੀ ਬਹੁਤ ਮਹਾਨ ਹੋ ਗਿਆ, ਤੂੰ ਬਹੁਤ ਵੱਡਾ ਹੋ ਗਿਆ? ਨਹੀਂ, ਤੂੰ ਵੈਸ਼ਨੋ ਸਿਰਫ ਤਨ ਦਾ ਹੀ ਹੈ, ਮਨ ਵਿੱਚ ਤਾਂ ਤੇਰੇ ਜਿਹੜਾ ਉਹ ਸੁਭਾਅ ਭਰੀ ਪਈ ਹੈ, ਮਨ ਵਿੱਚ ਤਾਂ ਕਾਲਖ ਭਰੀ ਪਈ ਹੈ ਵਿਕਾਰਾਂ ਦੀ। ਫਿਰ ਤੂੰ ਵੈਸ਼ਨੋ ਕਿੱਥੇ ਹੋ ਗਿਆ? ਤੂੰ ਦੇਖੋ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਮੁਰਦੇ ਦੀ ਗੱਲ ਕੀਤੀ। ਹੁਣ ਮੁਰਦਾ ਕੀ ਹੈ? ਬੰਦਾ ਕਹਿੰਦਾ ਜੀ ਮੈਂ ਤੇ ਮਾਸ ਖਾਂਦਾ ਹੀ ਨਹੀਂ ਆ, ਪਰ ਗੁਰੂ ਸਾਹਿਬ ਕਹਿੰਦੇ ਜਦੋਂ ਕਿਸੇ ਦਾ ਹੱਕ ਖੋਹਣਾ ਹੈ, ਗਰੀਬ ਮਾਰ ਕਰਦਾ ਹੈ, ਉਹ ਵੀ ਤੇ ਮਾਸ ਖਾਣ ਦੇ ਬਰਾਬਰ ਹੀ ਹੈ। ਹੱਕ ਪਰਾਇਆ ਨਾਨਕਾ ਉਸ ਸੂਰ, ਉਸ ਗਾਏ ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ।
ਇਸ ਲਈ ਕਬੀਰ ਜੀ ਕਹਿੰਦੇ ਕਬੀਰ ਵੈਸ਼ਨੋ ਹੁਆ ਤਾਂ ਕਿਆ ਭਇਆ। ਕੀ ਹੋ ਗਿਆ ਜੇ ਤੂੰ ਬਾਹਰੋਂ ਵੈਸ਼ਨੋ ਬਣ ਗਿਆ, ਮਾਲਾ ਗਲ ਵਿੱਚ, 4 ਮਾਲਾ ਪਾ ਲਈ ਗਲ ਦੇ ਵਿੱਚ, ਪਰ ਕੀ ਹੋਇਆ? ਸਾਹਿਬ ਜੀ ਕਹਿ ਰਹੇ ਨੇ, ਕਬੀਰ ਜੀ ਕਹਿੰਦੇ ਨੇ ਬਾਹਰ ਕੰਚਨ ਬਾਹਰਾ, ਭੀਤਰ ਭਰੀ ਪੰਘਾਰ। ਤੂੰ ਬਾਹਰੋਂ ਸੋਨੇ ਵਾਂਗੂ ਚਮਕਦਾ ਪਿਆ, ਪਰ ਅੰਦਰ ਤੇਰੇ ਭੀਤਰ ਹਿਰਦੇ ਵਿੱਚ, ਤੇਰੇ ਮਾਨਸਿਕ ਮੰਡਲ ਵਿੱਚ ਵਿਕਾਰਾਂ ਦੀ ਮੈਲ ਸਵਾਹ ਭਰੀ ਪਈ ਹੈ। ਜੇ ਤੂੰ ਵੈਸ਼ਨੋ ਰੱਬ ਦਾ ਪਿਆਰਾ ਹੋਣਾ ਚਾਹੁੰਦਾ ਤੇ ਆਪਣੇ ਮਨ ਨੂੰ ਪਵਿੱਤਰ ਕਰ, ਆਪਣੇ ਮਨ ਨੂੰ ਵੈਸ਼ਨੋ ਬਣਾ, ਆਪਣੇ ਮਨ ਨੂੰ ਸਾਧੂ ਬਣਾ, ਫਕੀਰ ਬਣਾ। ਜਦੋਂ ਤੇਰਾ ਮਨ ਵੈਸ਼ਨੋ ਹੋ ਜਾਏਗਾ, ਰੱਬ ਦਾ ਪਿਆਰਾ ਬਣ ਜਾਏਗਾ, ਉਸ ਦਿਨ ਫਿਰ ਤੇਰਾ ਜੀਵਨ ਸਫਲ ਹੋ ਜਾਏਗਾ। 2 ਗੱਲਾਂ ਕਬੀਰ ਜੀ ਨੇ ਸ਼ਲੋਕ ਵਿੱਚ ਸਮਝਾਈਆਂ ਨੇ। ਇੱਕ ਤਾਂ ਕਿ ਤੁਸੀਂ ਅੱਜ ਕੌਡੀ ਜੋੜ ਕੇ ਲੱਖਾਂ ਤੇ ਕਰੋੜਾਂ ਤੇ ਅਰਬਾਂ ਪਤੀ ਬਣ ਰਹੇ ਹੋ, ਪਰ ਜੇ ਇੱਕ ਕੌਡੀ ਵੀ ਤੁਹਾਡੀ ਕਿਸੇ ਦੇ ਭਲੇ ਦੇ ਵੀ ਕੰਮ ਨਾ ਆਈ ਤਾਂ ਫਿਰ ਤੁਹਾਡੇ ਆਪਣੇ ਵੀ ਕੰਮ ਨਾ ਆਈ, ਤੇ ਫਿਰ ਸਾਰੀ ਉਮਰ ਇਹਨਾਂ ਨੂੰ ਜੋੜਨ ਦਾ ਕੀ ਲਾਭ, ਤੇ ਬਾਹਰੋਂ ਧਰਮੀ ਬਣਨ ਦਾ ਕੀ ਲਾਭ ਜੇ ਤੁਹਾਡੇ ਅੰਦਰ ਹੀ ਧਰਮ ਦੇ ਗੁਣ ਨਾ ਆਏ। ਤਾਂ ਅਰਦਾਸ ਕਰੋ ਗੁਰੂ ਸਾਹਿਬ ਜੀ, ਜੋ ਅਸੀਂ ਨਾਮ ਜਪਦੇ ਹਾਂ ਤੇ ਜੋ ਅਸੀਂ ਕਿਰਤ ਕਰਦੇ ਹਾਂ, ਜਿਹੜਾ ਅਸੀਂ ਧਨ ਬਾਹਰੋਂ ਇਕੱਠਾ ਕਰਦੇ ਹਾਂ ਤੇ ਜਿਹੜਾ ਧਨ ਅੰਦਰੋਂ ਇਕੱਠਾ ਕਰਦੇ ਹਾਂ, ਉਹ ਸਾਨੂੰ ਦੋਵੇਂ ਪ੍ਰਕਾਰ ਦੇ ਧਨ ਵੰਡਣ ਦੀ ਜਾਚ ਆ ਜਾਏ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ 3 ਗੱਲਾਂ ਤੇ ਸਾਨੂੰ ਪਹਿਰਾ ਦੇਣਾ ਆ ਜਾਏ, ਤੇ ਜਦੋਂ 3 ਗੱਲਾਂ ਤੇ ਪਹਿਰਾ ਦਿਆਂਗੇ, ਫਿਰ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਫਿਰ ਤੋਟ ਨਹੀਂ ਆਏਗੀ, ਫਿਰ ਉਹਦੇ ਵਿੱਚ ਬਰਕਤਾਂ ਹੀ ਬਰਕਤਾਂ ਨੇ। ਸਤਿਗੁਰੂ ਜੀ ਸਾਡੇ ਤੁਹਾਡੇ ਸਭਨਾਂ ਤੇ ਆਪਣਾ ਮਿਹਰ ਦਾ ਹੱਥ ਰੱਖਣ। ਜੋ ਅੱਜ ਇਸ ਸਮੇਂ ਦੇ ਵਿੱਚ ਜਿੱਥੇ ਆਪਾਂ ਭਲੇ ਦੀ ਅਰਦਾਸ ਕਰ ਰਹੇ ਹਾਂ ਔਰ ਸਵੇਰੇ ਸ਼ਾਮ ਨਾਮ ਸਿਮਰਨ ਦਾ ਅਭਿਆਸ ਵੀ ਚੱਲ ਰਿਹਾ ਹੈ, ਉੱਥੇ ਲੋੜਵੰਦਾਂ ਵਾਸਤੇ ਗੁਰੂ ਕੇ ਲੰਗਰ ਦੇ ਪ੍ਰਵਾਹ ਵੀ ਜਿਹੜੇ ਨੇ ਉਹ ਸਵੇਰੇ ਸ਼ਾਮ ਚੱਲ ਰਹੇ ਨੇ, ਤਾਂ ਕਿ ਆਸ-ਪਾਸ ਜਿੱਥੇ ਵੀ ਕੋਈ ਹੈ ਉਹ ਕੋਈ ਵੀ ਜਿਹੜਾ ਅੰਨ ਤੋਂ ਬਿਨਾਂ, ਗੁਰੂ ਘਰ ਦੇ ਲੰਗਰ ਤੋਂ ਬਿਨਾਂ ਜਿਹੜਾ ਉਹ ਨਾ ਰਹਿ ਸਕੇ। ਤੇ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਉਹ ਆ ਕੇ ਫਿਰ ਇੱਥੇ ਲੰਗਰ ਪ੍ਰਸ਼ਾਦ ਜਿਹੜਾ ਛਕਦੇ ਨੇ, ਭਾਵੇਂ ਇੱਥੇ ਬੈਠ ਕੇ ਛਕੀਏ ਤੇ ਭਾਵੇਂ ਸਾਡੇ ਘਰਾਂ ਤੱਕ ਪਹੁੰਚਦਾ ਹੋਵੇ। ਬਸ ਇੱਕ ਬੇਨਤੀ ਹੈ ਕਿ ਇਹਦੀ ਬੇਕਦਰੀ ਨਾ ਆਪਾਂ ਕਰੀਏ। ਜਿੰਨੀ ਲੋੜ ਹੈ ਉਨਾ ਹੀ ਤੁਸੀਂ ਆ ਲੰਗਰ ਪ੍ਰਸ਼ਾਦ ਜਿਹੜਾ ਉਹ ਲਓ, ਆਪ ਵੀ ਪਿਆਰ ਨਾਲ ਛਕੋ ਤੇ ਦੂਜਿਆਂ ਨੂੰ ਵੀ ਛਕਾਓ, ਪਰ ਇਹਦੀ ਬੇਕਦਰੀ ਆਪਾਂ ਨਾ ਕਰੀਏ। ਇਹਨੂੰ ਐਵੇਂ ਸਮਝ ਕੇ ਕਿਤੇ ਕੂੜੇ ਵਿੱਚ ਜਾਂ ਕਿਤੇ ਖੁੰਝੇ ਨਾ ਇਹਨੂੰ ਸੁੱਟ ਦਿਆ ਕਰੀਏ। ਇਹਦਾ ਵੀ ਅਸੀਂ ਮਾਣ ਸਨਮਾਨ ਕਰਨਾ, ਤਾਂ ਕਿ ਸਾਡੇ ਅੰਦਰ, ਕਿਉਂਕਿ ਜਦੋਂ ਅਰਦਾਸ ਹੁੰਦੀ ਹੈ ਨਾ, ਉਦੋਂ ਇੱਕ ਬਚਨ ਕਿਹਾ ਜਾਂਦਾ ਹੈ, ਭਾਵੇਂ ਉਹ ਕੜਾਹ ਪ੍ਰਸ਼ਾਦ ਹੋਵੇ ਤੇ ਭਾਵੇਂ ਉਹ ਲੰਗਰ ਹੋਵੇ, ਕਿ ਜਿਹੜਾ ਪ੍ਰਵਾਨ ਹੁੰਦਾ ਜੋ ਛਕੇ ਸਤਨਾਮ ਸ਼੍ਰੀ ਵਾਹਿਗੁਰੂ ਜਪੇ, ਇੰਨੀ ਬਰਕਤ ਹੈ ਇਹਦੇ ਵਿੱਚ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰਨ। ਸਮੇਂ ਦੀ ਸਮਾਪਤੀ ਹੈ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ। ਕਬੀਰ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਕਬੀਰ ਬੈਸਨ ਹੁਆ ਤਾਂ ਕਿਆ ਪਿਆ, ਮਾਲਾ ਮੇਲੀ 4, ਬਾਹਰ ਕੰਚਨ ਬਾਰਹਾ, ਭੀਤਰ ਭਰੀ ਪੰਘਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦਿ।